ਕਹਿੰਦੇ ਬੱਬੂ ਮਾਨ ਨੂੰ ਅੱਜ ਸੀਮਾ ਕਿਉਂ ਯਾਦ ਆ ਰਹੀ ਹੈ ਕਿ ਸੀਮਾ ਇੱਕ ਤੈਅ ਹੋਣੀ ਚਾਹੀਦੀ ਹੈ। ਕਹਿੰਦੇ ਇਹੀ ਬੱਬੂ ਮਾਨ ਦੇ ਫੈਨਸ ਜਦੋਂ ਕਿਸੇ ਹੋਰ ਆਰਟਿਸਟ ਨੂੰ ਬੋਲਦੇ ਸੀਗੇ ਉਦੋਂ ਬੱਬੂ ਮਾਨ ਕਿੱਥੇ ਸੀ, ਉਦੋਂ ਬੱਬੂ ਮਾਨ ਚੁੱਪ ਕਿਉਂ ਸੀ। ਲੋਕੀ ਤਾਂ ਇਹ ਵੀ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਕੀ ਹੁਣ ਬੱਬੂ ਮਾਨ ਤੋਂ ਉਹਨਾਂ ਦੇ ਫੈਨਸ ਜਾਂ ਜਿਹੜੇ ਵੀ ਲੋਕ ਨੇ ਉਹ ਹੈਂਡਲ ਨਹੀਂ ਹੁੰਦੇ ਕਿ ਸਿੱਧੂ ਮੂਸੇਵਾਲਾ ਦੇ ਕੇਸ ਦੇ ਵਿੱਚ ਜਿਸ ਤਰੀਕੇ ਨਾਲ ਜਾਂਚ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਹੈ, ਇਨਵੈਸਟੀਗੇਸ਼ਨ ਏਜੰਸੀਜ਼ ਦੇ ਸਾਹਮਣੇ ਜਾਣਾ ਪੈ ਰਿਹਾ ਹੈ ਕਿ ਬੱਬੂ ਮਾਨ ਉਹਨਾਂ ਨੂੰ ਲੱਗਦਾ ਕਿ ਇਹ ਵੀ ਕਾਰਨ ਹੈ ਕਿ ਲੋਕ ਉਹਨਾਂ ਦੇ ਖਿਲਾਫ ਹੋਏ ਨੇ, ਇੱਕ ਪਰਸੈਪਸ਼ਨ ਇਹ ਬਣੀ ਹੋਈ ਹੈ। ਬੱਬੂ ਮਾਨ ਨਾਲ ਤੁਹਾਡੀ ਗੱਲਬਾਤ ਹੋ ਰਹੀ ਸੀ ਭਾਈ ਉਹਨਾਂ ਨਾਲ, ਤਾਂ ਕੀ ਇਹ ਵੀ ਜ਼ਿਕਰ ਹੋਇਆ ਕਿ ਜਿਹੜੀ ਇਹ ਸਾਰੀ ਚੀਜ਼ਾਂ ਸ਼ੁਰੂ ਹੋਈਆਂ ਨੇ, ਜ਼ਿਆਦਾ ਕੰਟਰੋਵਰਸੀਆਂ ਇਹ ਸਿੱਧੂ ਮੂਸੇਵਾਲਾ ਔਰ ਬੱਬੂ ਮਾਨ ਦੇ ਫੈਨਸ ਦੇ ਵਿਚਕਾਰ ਸ਼ੁਰੂ ਹੋਈਆਂ। ਉਹ ਕਹਿੰਦੇ ਕਿ ਜਿਹੜਾ ਸਿੱਧੂ ਮੂਸੇਵਾਲਾ ਸੀ ਵੀ ਇਹ ਘੁੰਮਣ ਸਾਹਿਬ ਮੈਨੂੰ ਛੋਟੇ ਭਰਾਵਾਂ ਵਰਗਾ। ਬੱਬੂ ਮਾਨ ਬਾਈਰਾਂ ਨੇ ਇਹ ਵੀ ਗੱਲ ਅਸੀਂ ਡਿਸਕਸ ਕਰਦੇ ਸੀ ਕਿ ਦੇਖੋ ਪੰਜਾਬ ਦਾ ਇੱਕ ਬਹੁਤ ਵੱਡਾ ਐਸਟ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਸਾਡੇ ਸਾਰੇ ਪੰਜਾਬ ਨੂੰ, ਸਾਡੀ ਕੌਮ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘਾਟ ਹੈ। ਬਹੁਤੇ ਤਾਂ ਇਹ ਵੀ ਹੁਣ ਕਹਿ ਰਹੇ ਹੋਣਗੇ ਨਾ, ਔਰ ਕਮੈਂਟ ਵੀ ਆ ਰਹੇ ਨੇ ਕਿ ਉਹੀ ਬੱਬੂ ਮਾਨ ਹੈ ਜਿਹੜਾ ਸਟੇਜਾਂ ਤੋਂ ਬੇਬਾਕ ਹੋ ਕੇ ਬੋਲਦਾ ਸੀ, ਬੜੀ ਬੇਬਾਕੀ ਦੇ ਨਾਲ ਉਹਨਾਂ ਦੇ ਗੱਲਾਂ ਹੁੰਦੀਆਂ ਸੀ ਸ਼ੋਅਜ਼ ਦੇ ਵਿੱਚ। ਕਹਿੰਦੇ ਅੱਜ ਉਹ ਕਾਨੂੰਨ ਦੀ ਸਲਾਹ ਲੈਣ ਲੱਗ ਗਿਆ। ਜਿਹੜੇ ਚਾਰ ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਤੁਸੀਂ ਲੀਗਲ ਨੋਟਿਸ ਭੇਜਿਆ ਹੈ, ਇਹਨਾਂ ਦੇ ਵਿੱਚ ਕੋਈ ਸਿੰਗਰ ਵੀ ਹੈ? ਹਾਂਜੀ ਹੈ ਬਿਲਕੁਲ ਹੈ, ਲੁਧਿਆਣੇ ਦਾ ਕੋਈ, ਉਹਨੂੰ ਕਰ ਕੁਝ ਸਿੰਗਰ ਵੀ ਨੇ, ਕੁਝ ਹੋਰ ਸ਼ਖਸ ਵੀ ਨੇ, ਕੁਝ ਵਿਅਕਤੀ ਜਿਹੜੇ ਇੰਟਰਵਿਊਆਂ ਕਰਦੇ ਨੇ ਅਲੱਗ-ਅਲੱਗ ਚੈਨਲਸ ਤੇ ਬੈਠ ਕੇ ਸੋਸ਼ਲ ਮੀਡੀਆ ਨੂੰ ਮਿਸਯੂਜ਼ ਕਰਦੇ ਨੇ। ਇਧਰੋਂ ਭਾਵੇਂ ਇੰਸਟਾਗ੍ਰਾਮ ਹੈ, ਫੇਸਬੁੱਕ ਹੈ ਜਾਂ ਕਿਸੇ ਦਾ ਨਿੱਜੀ ਚੈਨਲ ਹੈ, ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ। ਥੱਲੇ ਕਈ ਕਮੈਂਟਸ ਜਿਹੜੇ ਨੇ ਉਹ ਆਉਂਦੇ ਨੇ ਵੀ ਜੀ ਸਿੱਧੂ ਮੂਸੇਵਾਲਾ ਜਿੰਦਾਬਾਦ, ਬੱਬੂ ਮਾਨ ਜਿੰਦਾਬਾਦ। ਕਿ ਹਾਂ ਜਿਹੜੇ ਉਹ ਗੁਨਾਹਗਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ। ਤੇ ਸਾਡੀ ਵੀ ਜਿਹੜੀ 100% ਸਿੰਪਥੀ ਹੈ ਉਹ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨਾਲ ਜਾਂ ਉਹਨਾਂ ਦੇ ਨਾਲ ਹੈ। ਹਾਂ ਹੁਣੀ ਲੇਟੈਸਟ ਜੇ ਦੇਖਿਆ ਜਾਵੇ ਤਾਂ ਇੰਟੈਲੀਜੈਂਸ ਆਊਟਪੁੱਟਸ ਆਏ ਨੇ ਜਿਹਦੇ ਚ ਉਹਨਾਂ ਨੇ AK-47 ਜੰਮੂ ਐਂਡ ਕਸ਼ਮੀਰ ਤੋਂ ਅਰੇਂਜ ਕੀਤੀ ਜਾ ਰਹੀ ਹੈ। ਉਹਦੇ ਚ ਪੰਜਾਬ ਦੇ 2 ਨਾਮੀ ਸਿੰਗਰ, ਜਿਹਦੇ ਚ ਇੱਕ ਬੱਬੂ ਮਾਨ ਬਾਈ, ਦੂਜਾ ਮਨਕੀਰ ਤੌਰ। ਸੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਵਰਲਡ ਫੇਮਸ ਸਿੰਗਰ ਉਹਨਾਂ ਦੀ ਜਿਹੜੀ ਇਮੇਜ ਹੈ, ਉਹਨਾਂ ਨੂੰ ਕੁਝ ਸ਼ਰਾਰਤੀ ਅੰਸਰ ਉਹ ਉਹਨਾਂ ਦੀ ਇਮੇਜ ਨੂੰ ਬਾਈ ਵੇ ਆਫ ਡੈਫੇਮੇਟਰੀ ਲੈਂਗੁਏਜ, ਅਬਿਊਜ਼ਿਵ ਲੈਂਗੁਏਜ, ਉਹਨਾਂ ਦੀ ਇਮੇਜ ਨੂੰ ਟਾਰਨਿਸ਼ ਕੀਤਾ ਜਾ ਰਿਹਾ। ਮੈਂ ਕਹਿੰਦਾ ਵੀ ਕਿਸੇ ਐਕਸਟੈਂਟ ਤੱਕ ਆਪਾਂ ਜਾਈਏ, ਆਪਾਂ ਇਹ ਨਾ ਕਰੀਏ ਵੀ ਆਪਾਂ ਅਬਿਊਜ਼ਿਵ ਲੈਂਗੁਏਜ ਯੂਜ਼ ਕਰੀਏ, ਆਪਾਂ ਮਾਵਾਂ ਭੈਣਾਂ ਤੇ ਆ ਜਾਈਏ। ਸੋ ਆਪਾਂ ਕੀ ਮੈਸੇਜ ਦੇ ਰਹੇ ਹਾਂ? ਉਹਦੇ 'ਚ ਹੋ ਸਕਦੀਆਂ ਸਾਡੀਆਂ ਭੈਣਾਂ ਵੀ ਉਹ ਮੈਸੇਜ ਪੜ੍ਹਦੀਆਂ ਹੋਣ। ਪੰਜਾਬੀ ਇੰਡਸਟਰੀ ਦੇ ਵਿੱਚ ਜੇਕਰ ਕਿਸੇ ਆਰਟਿਸਟ ਦੇ ਨਾਲ ਕੱਟੜ ਫੈਨਸ ਦੀ ਗੱਲ ਹੁੰਦੀ ਸੀ ਤਾਂ ਜ਼ਿਕਰ ਬੱਬੂ ਮਾਨ ਦਾ ਹੁੰਦਾ ਸੀ। ਹਾਲਾਂਕਿ ਸਿੱਧੂ ਮੂਸੇਵਾਲਾ ਦੇ ਆਉਣ ਤੋਂ ਬਾਅਦ ਚੀਜ਼ਾਂ ਬਦਲੀਆਂ, ਕੱਟੜ ਫੈਨ ਬਦਲੇ ਔਰ ਆਪਸ ਦੇ ਵਿੱਚ ਕੰਟਰੋਵਰਸੀਆਂ ਵੀ ਹੋਈਆਂ। ਪਰ ਅੱਜ ਮੌਜੂਦਾ ਹਾਲਾਤ ਅਜਿਹੇ ਕਿਉਂ ਬਣ ਚੁੱਕੇ ਨੇ ਕਿ ਬੱਬੂ ਮਾਨ ਉਹਨਾਂ ਨੂੰ ਲੀਗਲ ਐਡਵਾਈਸ ਲੈਣੀ ਪੈ ਰਹੀ ਹੈ, ਲੀਗਲ ਸਲਾਹ ਲੈਣੀ ਪੈ ਰਹੀ ਹੈ ਕਿ ਜੇਕਰ ਹੁਣ ਕੋਈ ਉਹਨਾਂ ਨੂੰ ਗਲਤ ਬੋਲੂਗਾ, ਕੋਈ ਮਾੜੀ ਟਿੱਪਣੀ ਕਰੂਗਾ ਤਾਂ ਉਸ ਦੇ ਉੱਤੇ ਕਾਰਵਾਈ ਹੋਊਗੀ। ਤਾਂ ਬੱਬੂ ਮਾਨ ਉਹਨਾਂ ਨੇ ਘੁੰਮਣ ਬ੍ਰਦਰਜ਼ ਨੂੰ ਆਪਣਾ ਲੀਗਲ ਐਡਵਾਈਜ਼ਰ ਨਿਯੁਕਤ ਕੀਤਾ ਹੈ। ਘੁੰਮਣ ਬ੍ਰਦਰਜ਼ ਸਾਡੇ ਨਾਲ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਧੰਨਵਾਦ ਜੀ, ਬਹੁਤ ਧੰਨਵਾਦ। ਬਾਈ ਅਜਿਹਾ ਕੀ ਹੋਇਆ ਕਿ ਬੱਬੂ ਮਾਨ ਉਹਨਾਂ ਨੂੰ ਲੀਗਲ ਐਡਵਾਈਜ਼ਰ ਤੁਹਾਨੂੰ ਨਿਯੁਕਤ ਕਰਨਾ ਪੈ ਰਿਹਾ ਔਰ ਤੁਸੀਂ ਸਿੱਧੇ ਤੌਰ ਦੇ ਉੱਤੇ ਵਾਰਨਿੰਗ ਦੇ ਰਹੇ ਹੋ? ਦੇਖੋ ਗਗਨ ਜੀ, ਅਸੀਂ ਗੱਲ ਕਰਦਾ, ਮੈਂ ਇੱਥੋਂ ਸਟਾਰਟਿੰਗ ਕਰੂੰਗਾ ਕਿ ਪਿਛਲੇ ਕਾਫੀ ਲੰਮੇ ਅਰਸੇ ਤੋਂ ਬਾਈ ਬੱਬੂ ਮਾਨ ਉਹਨਾਂ ਦੇ ਨਾਲ ਅਸੀਂ ਸਾਰਾ ਲੀਗਲ ਜਿਹੜੇ ਉਹਨਾਂ ਦੇ ਮਸਲੇ ਸੀਗੇ ਉਹ ਅਸੀਂ ਡਿਸਕਸ ਕਰਦੇ ਰਹੇ। ਪਰ ਉਹਦੇ 'ਚ ਸੈਂਸਿਟੀਵਿਟੀ ਜਿਹੜੀ ਨਿਕਲ ਕੇ ਸਾਹਮਣੇ ਆਉਂਦੀ ਏ, ਉਹ 2 ਮਾਮਲੇ ਮੁੱਖ ਸਾਹਮਣੇ ਆਉਂਦੇ ਨੇ। ਇੱਕ ਤਾਂ ਇਹ ਨਿਕਲ ਕੇ ਆਉਂਦਾ ਕਿ ਉਹਨਾਂ ਦੀ ਜਿਹੜੀ, ਦੇਖੋ ਇੱਕ ਵਰਲਡ ਫੇਮਸ ਸਿੰਗਰ ਨੇ, ਉਹਨਾਂ ਦੀ ਜਿਹੜੀ ਇਮੇਜ ਹੈ, ਉਹਨਾਂ ਨੂੰ ਕੁਝ ਸ਼ਰਾਰਤੀ ਅੰਸਰ, ਮੈਂ ਸ਼ਬਦ ਵਰਤਦਾ ਪਿਆ, ਕੁਝ ਸ਼ਰਾਰਤੀ ਅੰਸਰ, ਉਹ ਉਹਨਾਂ ਦੀ ਇਮੇਜ ਨੂੰ ਬਾਈ ਵੇ ਆਫ ਡੈਫੇਮੇਟਰੀ ਲੈਂਗੁਏਜ, ਅਬਿਊਜ਼ਿਵ ਲੈਂਗੁਏਜ, ਉਹਨਾਂ ਦੀ ਇਮੇਜ ਨੂੰ ਟਾਰਨਿਸ਼ ਕੀਤਾ ਜਾ ਰਿਹਾ। ਹੁਣ ਮੈਂ ਇੱਥੇ ਉਹਨਾਂ ਦਾ ਮਕਸਦ ਜਿਹੜਾ ਬੜਾ ਕਲੀਅਰ ਹੈ। ਉਹ ਲੋਕ ਚਾਹੁੰਦੇ ਕੀ ਨੇ ਕਿ ਜਿਵੇਂ ਬਾਈ ਬੱਬੂ ਮਾਨ ਦਾ ਸਹਾਰਾ ਲੈ ਕੇ, ਜੇ ਆਪਾਂ ਸ਼ਾਰਟ ਜੀ ਗੱਲ ਕਰ ਲਈਏ, ਤਾਂ ਉਹ ਚਾਹੁੰਦੇ ਨੇ ਕਿ ਅਸੀਂ ਆਪਣੇ ਲਾਈਕਸ ਜਿਹੜੇ ਨੇ ਜਾਂ ਆਪਣੇ ਸਬਸਕ੍ਰਾਈਬਰਸ ਜਿਹੜੇ ਨੇ ਉਹ ਅਸੀਂ ਵਧਾਈਏ। ਹੁਣ ਅਸੀਂ ਇੱਥੇ ਬਾਈ ਬੱਬੂ ਮਾਨ ਜੀ ਨੇ ਸਾਨੂੰ ਕਲੀਅਰ ਇੰਸਟਰਕਸ਼ਨ ਸਾਡੀ ਲੀਗਲ ਟੀਮ ਨੂੰ ਦਿੱਤੀਆਂ ਨੇ ਕਿ ਜਿਹੜੇ ਵੀ ਇਹ ਮਿਸਕ੍ਰੈਂਟਸ ਨੇ, ਚਲੋ ਹੁਣ ਤੱਕ ਅਸੀਂ, ਤੁਸੀਂ ਕਹ ਲਓ ਵੀ ਬੜਾ ਲੰਮਾ ਰਿਕਾਰਡ ਹੈ ਜਿਹੜਾ, ਦੇਖੋ ਸੋਸ਼ਲ ਮੀਡੀਆ ਇੱਕ ਇਹੋ ਜਿਹਾ ਮਾਧਿਅਮ ਹੈ ਜਿਹਦਾ ਤੁਸੀਂ ਕਹ ਲਓ ਵੀ ਰਿਕਾਰਡ ਜਿਹੜਾ ਰੀਟਰੀਵ ਦੀਆਂ ਵੀ ਸਿਸਟਮ ਜਿਹੜੇ ਅੱਜ ਕੱਲ ਹੈਗੇ ਨੇ। ਸੋ ਅਸੀਂ ਸਾਡੀ ਸਾਰੀ ਲੀਗਲ ਟੀਮ ਜਿਹੜੀ ਹੈ ਉਹਨਾਂ ਨੇ ਕਲੀਅਰ ਇੰਸਟਰਕਸ਼ਨਸ ਦਿੱਤੀਆਂ ਨੇ ਕਿ ਜਿਹੜੇ ਸ਼ਰਾਰਤੀ ਅੰਸਰ
ਹੁਣ ਤੱਕ ਪਾਸਟ 'ਚ ਜਾਂ ਹੁਣ ਵਾਰਨਿੰਗ ਇਨ ਫਿਊਚਰ ਹੈ ਕਿ ਜਿਹੜੇ ਬੰਦੇ ਹੁਣ ਤੱਕ ਨਹੀਂ ਟਲੇ ਇਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਇਨ ਅਕੋਰਡੈਂਸ ਵਿਦ ਲਾਅ, ਉਹ ਤੁਹਾਨੂੰ ਵਕੀਲ ਸਾਹਿਬ ਹੀ ਦੱਸਣਗੇ। ਪ੍ਰੋਵੀਜ਼ਨਸ ਜਿਹੜੇ ਨੇ ਉਹ ਬੜੇ ਸਖਤ ਨੇ। ਸੋ ਸਾਡੇ ਵੱਲੋਂ ਕਲੀਅਰ ਇੰਸਟਰਕਸ਼ਨਸ ਨੇ ਵੀ ਅਸੀਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਉਹ ਅਸੀਂ ਪੂਰੀ ਕੰਪੀਟੈਂਟ ਕੋਰਟ ਆਫ ਲਾਅ ਤੱਕ ਵੀ ਜਾਵਾਂਗੇ ਤੇ ਜਿਹੜੀਆਂ ਕੰਸਰਨਡ ਡੀਜੀਪੀ ਪੰਜਾਬ ਪੁਲਿਸ ਜਾਂ ਜਿਹੜੀਆਂ ਵੀ ਕੰਸਰਨਡ ਅਥਾਰਟੀਜ਼ ਹੋਣਗੀਆਂ ਅਸੀਂ ਉਹਨਾਂ ਤੱਕ ਅਪਰੋਚ ਕਰਾਂਗੇ। ਬਈ ਲੋਕੀ ਤਾਂ ਇਹ ਵੀ ਸਵਾਲ ਖੜੇ ਕਰ ਰਹੇ ਨੇ, ਕਹਿੰਦੇ ਕਿ ਹੁਣ ਬੱਬੂ ਮਾਨ ਤੋਂ ਉਹਨਾਂ ਦੇ ਫੈਨਸ ਜਾਂ ਜਿਹੜੇ ਵੀ ਲੋਕ ਨੇ ਉਹ ਹੈਂਡਲ ਨਹੀਂ ਹੁੰਦੇ, ਕਿ ਉਹਨਾਂ ਨੂੰ ਕਾਨੂੰਨੀ ਸਲਾਹ ਲੈਣੀ ਪੈ ਰਹੀ ਹੈ। ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਔਰ ਜਿਵੇਂ ਸਾਨੂੰ ਸਭ ਨੂੰ ਪਤਾ ਹੀ ਹੈ ਕਿ ਇੱਕ ਲੰਬਾ ਤਜਰਬਾ ਬੱਬੂ ਮਾਨ ਉਹਨਾਂ ਦਾ ਇੰਡਸਟਰੀ ਦੇ ਵਿੱਚ, ਪੁਰਾਣੇ ਉਹ ਸਿੰਗਰ ਨੇ, ਤਾਂ ਇੱਕ ਅਪੀਲ ਕਰ ਦੇਣ ਹੁਣ ਲੋਕਾਂ ਨੂੰ ਕਿ ਅੱਜ ਤੋਂ ਬਾਅਦ ਭਾਵੇਂ ਉਹ ਮੇਰੇ ਫੈਨ ਨੇ ਭਾਵੇਂ ਕਿਸੇ ਹੋਰ ਦੇ ਫੈਨ ਨੇ, ਆਪਸ ਦੇ ਵਿੱਚ ਇਹੋ ਜਿਹੀ ਦੂਸ਼ਣਬਾਜ਼ੀਆਂ ਇਹੋ ਜਿਹੇ ਕਮੈਂਟ ਕਰਨੇ ਕਹਿੰਦੇ ਬੰਦ ਕਰ ਦਿਓ। ਦੇਖੋ ਗਗਨ ਜੀ, ਮੈਂ ਸਟਾਰਟਿੰਗ ਇੱਥੇ ਕਰੂੰਗਾ ਕਿ ਬੱਬੂ ਮਾਨ ਦੀ ਜਿਹੜੀ ਪਰਸਨੈਲਿਟੀ ਹੈ ਉਹ 25 ਸਾਲ ਤੋਂ ਲਗਾਤਾਰ ਇਸ ਇੰਡਸਟਰੀ 'ਚ 25 ਸਾਲ ਇੱਕ ਲੰਮਾ ਅਰਸਾ ਉਹ ਪੰਜਾਬੀਅਤ ਨੂੰ ਗਾਉਂਦੇ ਰਹੇ ਨੇ। ਪੰਜਾਬੀ ਦੀ ਪੂਰੀ ਉਹਨਾਂ ਨੇ ਪੰਜਾਬ ਦੀ ਸੇਵਾ ਕੀਤੀ ਹੈ। ਦੇਖੋ ਉਹਨਾਂ ਦੀ ਪਰਸਨੈਲਿਟੀ ਨੂੰ ਕੋਈ ਵੀਕ ਨਾ ਸਮਝੋ। ਦੇਖੋ ਜਿਹੜੀ ਲੜਾਈ ਕਾਨੂੰਨ ਦੇ ਮੁਤਾਬਕ ਵਕੀਲਾਂ ਨੇ ਲੜਨੀ ਹੈ ਜਾਂ ਕੋਰਟਾਂ ਚੱਲਣੀ ਹੈ, ਉਹ ਲੜਾਈ ਬੱਬੂ ਮਾਨ ਸਾਹਿਬ ਆਪ ਨਹੀਂ ਲੜਨਗੇ, ਉਹ ਵਕੀਲ ਹੀ ਕਰਨਗੇ। ਨੰਬਰ 2, ਐਸ ਪਰ ਦੇਖੋ ਜਿਹੜੀ ਫੈਨਸ ਦੀ ਗੱਲ ਹੈ, ਫੈਨਸ ਉਹਨਾਂ ਦੇ ਕੋਈ ਨਾ ਘਟੇ ਨੇ ਤੇ ਨਾ ਹੀ ਆਉਣ ਵਾਲੇ ਸਮੇਂ 'ਚ ਘਟਣਗੇ। ਸੋ ਉਹਨਾਂ ਵੱਲੋਂ ਇਹ ਸੀਗਾ ਕਿ ਜੋ ਸ਼ਰਾਰਤੀ ਅੰਸਰ, ਦੇਖੋ ਫੈਨ ਭਾਵੇਂ ਕਿਸੇ ਵੀ ਹੋਰ ਸਿੰਗਰ ਦੇ ਨੇ, ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਉਹ ਕਦੀ ਵੀ ਕੋਈ ਅਪਸ਼ਬਦ ਨਹੀਂ ਇਹਨਾਂ ਬਾਰੇ ਵੀ ਬੋਲਦੇ। ਇਹ ਕੁਝ ਸ਼ਰਾਰਤੀ ਬੰਦੇ ਨੇ। ਕੌਣ ਨੇ ਇਹ ਬੰਦੇ, ਕੌਣ ਨੇ? ਮੈਂ ਤੁਹਾਡੇ ਨਾਲ ਵੀਰ ਜੀ ਇੱਥੇ ਹੀ ਗੱਲ ਆਊਗੀ। ਸਾਡੀ ਟੀਮ ਸਾਰਾ ਇਹ ਦੇਖ ਰਹੇ ਨੇ ਕਿ ਕੁਝ ਜਿਹੜੇ ਨਵੇਂ ਗਾਇਕ ਆ ਰਹੇ ਨੇ ਇੰਡਸਟਰੀ 'ਚ, ਜਾਂ ਕੁਝ ਚਿਹਰੇ ਹੋਰ ਨੇ ਜਿਹੜੇ ਉਹਨਾਂ ਦੇ ਬਾਰੇ ਅਪਸ਼ਬਦ, ਦੇਖੋ ਕਿਸੇ ਦੀ ਪਰਸਨੈਲਿਟੀ ਬਾਰੇ ਕਿਸੇ ਨੂੰ ਡਿਫੇਮ ਕਰਨਾ ਬਿਨਾਂ ਕਿਸੇ ਐਵੀਡੈਂਸ ਤੋਂ, ਦੇਖੋ ਇਟਸ ਠੀਕ ਹੈ। ਦੇਖੋ ਆਰਟੀਕਲ ਸਾਡਾ ਜਿਹੜਾ 19 ਹੈ ਉਹਦੇ 'ਚ ਕੀ ਹੈ ਕਿ ਰਾਈਟ ਟੂ ਸਪੀਚ ਹੈ, ਫਰੀडम ਆਫ ਸਪੀਚ ਹੈ, ਤੁਸੀਂ ਬੋਲ ਸਕਦੇ ਹੋ। ਬਟ ਇਹ ਨਹੀਂ ਕਿ ਤੁਸੀਂ ਇੱਕ ਸੀਮਾ 'ਚ ਰਹਿ ਕੇ ਬੋਲਣਾ। ਇਹ ਨਹੀਂ ਕਿ ਮੈਂ ਅੱਜ ਖੜ ਕੇ ਪ੍ਰਾਈਮ ਮਿਨਿਸਟਰ ਬਾਰੇ, ਸੀਐਮ ਬਾਰੇ, ਉਹਦੇ ਪਰਿਵਾਰਕ ਰਿਲੇਸ਼ਨਸ ਜਿਹੜੇ ਪਰਿਵਾਰਾਂ ਸੰਬੰਧੀ ਮੈਂ ਅੱਜ ਬੋਲਣ, ਇੱਕ ਸੀਮਾ ਹੈ। ਸੋ ਜਿਹੜਾ ਬੰਦਾ ਉਹ ਸੀਮਾ ਨੂੰ ਕ੍ਰੋਸ ਕਰੇਗਾ, ਇਹ ਕੋਈ ਵੀ ਕਾਨੂੰਨ ਦੇਸ਼ ਦਾ ਤੁਹਾਨੂੰ ਇਹੋ ਜਿਹਾ ਕੋਈ ਵੀ ਸੈਕਸ਼ਨ ਨਹੀਂ ਕਿ ਤੁਹਾਨੂੰ ਪ੍ਰੋਵਾਈਡ। ਬਈ ਗੱਲ ਉਹੀ ਹੈ ਨਾ, ਇਹ ਕਹਿੰਦੇ ਬੱਬੂ ਮਾਨ ਨੂੰ ਅੱਜ ਸੀਮਾ ਕਿਉਂ ਯਾਦ ਆ ਰਹੀ ਹੈ ਕਿ ਸੀਮਾ ਇੱਕ ਤੈਅ ਹੋਣੀ ਚਾਹੀਦੀ ਹੈ। ਕਹਿੰਦੇ ਇਹੀ ਬੱਬੂ ਮਾਨ ਦੇ ਫੈਨਸ ਜਦੋਂ ਕਿਸੇ ਹੋਰ ਆਰਟਿਸਟ ਨੂੰ ਬੋਲਦੇ ਸੀਗੇ, ਉਦੋਂ ਬੱਬੂ ਮਾਨ ਕਿੱਥੇ ਸੀ? ਉਦੋਂ ਬੱਬੂ ਮਾਨ ਚੁੱਪ ਕਿਉਂ ਸੀ? ਉਦੋਂ ਕਿਉਂ ਨਹੀਂ ਲੀਗਲ ਸਲਾਹਾਂ ਲੈ ਕੇ ਉਹਨਾਂ ਨੇ ਇਹੋ ਜਿਹੀ ਕੰਮ ਕੀਤਾ ਕਿ ਨਹੀਂ ਤੁਸੀਂ ਕਿਸੇ ਨੂੰ ਨਾ ਬੋਲੋ? ਉਦੋਂ ਬੱਬੂ ਮਾਨ ਨੂੰ ਕਿਉਂ ਨਹੀਂ ਚੀਜ਼ਾਂ ਯਾਦ ਆਈਆਂ? ਦੇਖੋ ਮੈਂ ਇੱਥੇ ਆ ਕੇ ਵੀਰ ਜੀ ਗਗਨ ਜੀ ਤੁਹਾਨੂੰ ਇੱਕ ਚੀਜ਼ ਹੋਰ ਕਲੈਰੀਫਾਈ ਕਰ ਦੂੰਗਾ। ਅੱਜ ਤੱਕ ਜਿੰਨਾ ਕੋ ਮੇਰੇ ਕੋਲ, ਦੇਖੋ ਸੋਸ਼ਲ ਮੀਡੀਆ ਤੇ ਹਰੇਕ ਚੀਜ਼ ਰਿਕਾਰਡ ਤੇ ਪਈ ਹੈ। ਮਾਨ ਸਾਹਿਬ ਬਾਰੇ ਅੱਜ ਤੱਕ ਤੁਸੀਂ ਵੀ ਬੈਠੇ ਹੋ, ਅਸੀਂ ਵੀ ਬੈਠੇ ਹਾਂ। ਮੈਂ ਉਹਨਾਂ ਨੂੰ ਅੱਜ ਤੱਕ ਕਿਸੇ ਸਿੰਗਰ ਬਾਰੇ, ਭਾਵੇਂ ਉਹ ਫਿਲਮ ਇੰਡਸਟਰੀ ਬੰਬੇ ਦਾ ਬਾਲੀਵੁੱਡ ਹੈ ਜਾਂ ਪਾਲੀਵੁੱਡ ਹੈ, ਮੈਂ ਅੱਜ ਤੱਕ ਉਹਨਾਂ ਨੂੰ ਕਿੰਤੂ ਪਰੰਤੂ ਕਰਦਿਆਂ ਨੂੰ ਮੈਂ ਨਹੀਂ ਸੁਣਿਆ। ਇਹ ਗਵਾਹ ਹੈ, ਸਾਰਾ ਪੰਜਾਬ ਗਵਾਹ ਹੈ। ਠੀਕ ਹੈ, ਜੇਕਰ ਫੈਨਸ ਕੱਲ ਨੂੰ ਮੰਨ ਲਓ ਇੱਕ ਮਿੰਟ ਲਈ ਕਿਸੇ ਇੱਕ ਸਿੰਗਰ ਦੇ ਇਹਨਾਂ ਨੂੰ ਕੋਈ ਕਮੈਂਟ ਕਰਦੇ ਨੇ ਜਾਂ ਉਹਨਾਂ ਨੂੰ ਕਰਦੇ ਨੇ, ਇਸ਼ੂ ਇਹ ਨਹੀਂ ਹੈਗਾ। ਇਸ਼ੂ ਅੱਜ ਕੀ ਹੈ? ਇਸ਼ੂ ਫੈਨਸ ਦਾ ਨਹੀਂ। ਫੈਨਸ ਦਾ ਹੱਕ ਬਣਦਾ ਹੈ, ਉਹ ਲਾਈਕਸ ਕਰ ਸਕਦੇ ਨੇ, ਡਿਸਲਾਈਕਸ ਕਰ ਸਕਦੇ ਨੇ, ਕਮੈਂਟਸ ਲਿਖ ਸਕਦੇ ਨੇ, ਕਰੋ। ਇਸ਼ੂ ਸਿਰਫ ਇਹ ਹੈ ਕਿ ਕੁਝ ਵਿਅਕਤੀ ਜਿਹੜੇ ਇੰਟਰਵਿਊਆਂ ਕਰਦੇ ਨੇ ਅਲੱਗ-ਅਲੱਗ ਚੈਨਲਸ ਤੇ ਬੈਠ ਕੇ, ਸੋਸ਼ਲ ਮੀਡੀਆ ਨੂੰ ਮਿਸਯੂਜ਼ ਕਰਦੇ ਨੇ। ਇਧਰੋਂ ਭਾਵੇਂ ਇੰਸਟਾਗ੍ਰਾਮ ਹੈ, ਫੇਸਬੁੱਕ ਹੈ ਜਾਂ ਕਿਸੇ ਦਾ ਨਿੱਜੀ ਚੈਨਲ ਹੈ, ਉਹਨਾਂ ਤੇ ਅਸੀਂ ਸਖਤ ਕਾਰਵਾਈ ਕਰਾਂਗੇ ਜਿਹੜੇ ਧਿਆ ਕੇ ਬੈਠੇ। ਇਹ ਬੰਦੇ ਜਿਹੜੇ ਤੁਸੀਂ ਜ਼ਿਕਰ ਕਰ ਰਹੇ ਹੋ, ਕੁਝ ਮਿਸਕ੍ਰੀਐਂਟਸ ਨੇ, ਕੁਝ ਸ਼ਰਾਰਤੀ ਅਨਸਰ ਨੇ, ਇਹਨਾਂ ਨੂੰ ਕੋਈ ਬੈਕਿੰਗ ਹੈਗੀ ਹੈ? ਕਿਸੇ ਦੀ ਬੈਕਿੰਗ ਦੇ ਨਾਲ ਇਹ ਕੰਮ ਕਰ ਰਹੇ ਨੇ? ਇਹਨਾਂ ਨੇ ਆਪਣਾ ਟੀਚਾ ਮਿੱਥਿਆ ਹੋਇਆ ਹੈ ਕਿ ਬੱਬੂ ਮਾਨ ਨੂੰ ਹੀ ਟਾਰਗੇਟ ਕਰਨਾ ਹੈ? ਕਿਸੇ ਦੀ ਸਪੋਰਟ ਦੇ ਵਿੱਚ ਕਰ ਰਹੇ ਨੇ? ਕੀ ਨੇ ਤੁਹਾਨੂੰ ਵਿਜ਼ਨ ਇਹਨਾਂ ਦੀ ਪਿੱਛੇ ਦੀ ਕੀ ਨਜ਼ਰ ਆਉਂਦੀ ਹੈ? ਮਨਸ਼ਾ ਕੀ ਹੈ ਇਹਨਾਂ ਦੀ? ਦੇਖੋ ਮੈਂ ਇੱਥੇ ਆ ਕੇ ਗਗਨ ਜੀ ਥੋੜਾ ਜਿਹਾ ਤੁਹਾਨੂੰ ਪੁਆਇੰਟ ਮੈਂ ਕਲੀਅਰ ਕਰਦਾ। ਹੁਣੀ ਲੇਟੈਸਟ ਜੇ ਦੇਖਿਆ ਜਾਵੇ ਤਾਂ ਇੰਟੈਲੀਜੈਂਸ ਆਊਟਪੁੱਟਸ ਆਏ ਨੇ ਜਿਹਦੇ ਚ ਉਹਨਾਂ ਨੇ AK-47 ਜੰਮੂ ਐਂਡ ਕਸ਼ਮੀਰ ਤੋਂ ਅਰੇਂਜ ਕੀਤੀ ਜਾ ਰਹੀ ਹੈ। ਉਹਦੇ ਚ ਪੰਜਾਬ ਦੇ 2 ਨਾਮੀ ਸਿੰਗਰ, ਜਿਹਦੇ ਚ ਇੱਕ ਬੱਬੂ ਮਾਨ ਬਾਈ, ਦੂਜਾ ਮਨਕੀਰ ਤੌਲਖ, ਸੋ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਸੈਂਸਿਟੀਵਿਟੀ ਐਟਲੀਸਟ ਇਸ ਮਾਮਲੇ ਦੀ ਦੇਖ ਲਈ ਜਾਵੇ। ਹੁਣ ਮੈਂ ਦੇਖੋ ਅਸੀਂ ਜਿਹੜਾ ਲਾਈਨ ਅਪ ਕਰ ਰਹੇ ਹਾਂ ਸਾਰੇ ਨੂੰ, ਇੱਕ ਉਹ ਲੋਕ ਜਿਹੜੇ AK-47 ਅਰੇਂਜ ਕਰ ਰਹੇ ਨੇ ਤੇ ਉਹ ਟਾਰਗੇਟ ਕਰ ਰਹੇ ਨੇ ਬਾਈ ਬੱਬੂ ਮਾਨ ਰਾਹ ਨੂੰ। ਦੂਜੇ ਪਾਸੇ ਉਹ ਲੋਕ ਜਿਹੜੇ ਫੇਕ ਆਈਡੀਜ਼ ਕ੍ਰੀਏਟ ਕਰਦੇ ਨੇ ਤੇ ਉਹ ਸਿੱਧੇ ਤੌਰ ਦੇ ਉੱਪਰ ਥ੍ਰੈਟਸ ਵੀ ਪਾ ਰਹੇ ਨੇ, ਸੀਰੀਅਸ ਥ੍ਰੈਟਸ, ਤੇ ਨਾਲ ਅਬਿਊਜ਼ਿਵ ਲੈਂਗੁਏਜ ਵੀ ਯੂਜ਼ ਕਰ ਰਹੇ ਨੇ। ਔਰ ਉਹਨਾਂ ਦਾ ਜਿਹੜਾ ਤੁਸੀਂ ਕਹ ਲਓ ਕਈ
ਪਰਿਵਾਰਾਂ ਦੇ ਅਗੇਂਸਟ ਵੀ ਲਿਖਿਆ ਜਾ ਰਿਹਾ। ਸੋ ਸਾਨੂੰ ਮੈਂ ਗੱਲ ਕਰ ਰਿਹਾ ਕਿ ਜਿਹੜੇ ਉਹ ਲੋਕ ਉਧਰਲੇ ਪਾਸੇ ਵੀ ਸੈਂਸਿਟੀਵਿਟੀ ਹੈ ਮਾਮਲੇ ਦੀ AK-47 ਵਾਲੀ, ਦੂਜੇ ਪਾਸੇ ਲੋਕ ਜਿਹੜੇ ਸੋਸ਼ਲ ਮੀਡੀਆ ਤੇ ਇਸ ਲੈਵਲ ਦੀ ਲੋ ਲੈਵਲ ਦੀ ਉਹ ਜਿਹੜੇ ਉਹਨਾਂ ਦੀ ਇਮੇਜ ਨੂੰ ਟਾਰਨਿਸ਼ ਕਰ ਰਹੇ ਨੇ। ਸੋ ਸਾਡੇ ਲਈ ਤਾਂ ਇਹ ਵਨ ਐਂਡ ਦੀ ਸੇਮ ਪਰਸਨ ਨੇ। ਸੋ ਅਸੀਂ ਕਲੀਅਰ ਇੰਸਟਰਕਸ਼ਨਸ ਨੇ ਔਰ ਅਸੀਂ ਇਹਨਾਂ ਨੂੰ ਲਾਈਨ ਅਪ ਕਰਨਾ ਹੈ। ਔਰ ਨੰਬਰ 2, ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਨੂੰ ਅਸੀਂ ਬਾਈ ਬੱਬੂ ਮਾਨ ਹਰੀ ਕੱਲ ਪਰਸੋਂ ਅਸੀਂ ਬੈਠੇ, ਉਹ ਕਹਿੰਦੇ ਕਿ ਜੀ ਹਾਲਾਤ ਇਹ ਨੇ ਕਿ ਸਾਡੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਕਲੀਅਰ ਇੰਸਟਰਕਸ਼ਨਸ ਨੇ ਕਿ ਤੁਸੀਂ ਹਥਿਆਰਾਂ ਨੂੰ ਗਲੋਰੀਫਾਈ ਨਹੀਂ ਕਰਨਾ। ਬਿਲਕੁਲ। ਉਹ ਕਹਿੰਦੇ ਕੋਈ ਹੁਣੀ ਥੋੜਾ ਕੁ ਟਾਈਮ ਪਹਿਲਾਂ, ਮਹੀਨਾ ਕੁ ਪਹਿਲਾਂ, ਕਹਿੰਦੇ ਕੋਈ ਆਪਣੇ ਕੋਈ ਫੰਕਸ਼ਨ ਸੀ, ਕਹਿੰਦਾ ਵੀ ਮੈਂ ਖੜ ਕੇ ਸਿਰਫ ਇੰਨੀ ਗੱਲ ਕਹਿਤੀ ਕਿ ਜੀ ਅੱਜ ਕੋਈ ਹਥਿਆਰਾਂ ਦਾ ਗਾਣਾ ਮੈਂ ਨਹੀਂ ਗਾਣਾ ਐਜ਼ ਪਰ ਦੀ ਡਾਇਰੈਕਸ਼ਨਸ ਆਫ ਦੀ ਆਨਰੇਬਲ ਹਾਈ ਕੋਰਟ। ਸੋ ਉੱਥੇ ਵੀ ਹੁੱਲੜਬਾਜ਼ੀ ਹੋ ਗਈ, ਉੱਥੇ ਵੀ ਲੋਕ ਜਿਹੜੇ ਸੀਗੇ ਉਹ ਥੱਲੇ ਕਈਆਂ ਨੇ ਅਬਿਊਜ਼ਿਵ ਲੈਂਗੁਏਜ ਜਿਹੜੀ ਸੀ ਉਹ ਵਰਤਣੀ ਸ਼ੁਰੂ ਕਰਤੀ। ਸੋ ਮੈਨੂੰ ਇਹ ਲੱਗਦਾ ਵੀ ਇੱਕ ਜਿਹੜਾ ਜ਼ਿੰਮੇਵਾਰ ਬਿਹੇਵੀਅਰ ਆਪਾਂ ਨੂੰ ਵਤੀਰਾ ਉਹ ਆਪਾਂ ਨੂੰ ਸਾਰਿਆਂ ਨੂੰ ਅਡਾਪਟ ਕਰਨਾ ਚਾਹੀਦਾ ਹੈ। ਦੇਖੋ ਬੱਬੂ ਮਾਨ ਬਾਈ ਦੀ ਜੇਕਰ ਆਪਾਂ ਗੱਲ ਕਰ ਲਈਏ ਗਗਨ ਜੀ, ਤਾਂ ਮੈਂ ਸਮਝਦਾ ਸਾਡਾ ਜਿਹੜਾ ਸੇਮ ਹੈ ਫਤਿਹਗੜ੍ਹ ਸਾਹਿਬ। ਮੈਨੂੰ ਇਹ ਲੱਗਦਾ ਗਗਨ ਜੀ ਵੀ ਇੱਕ ਪਿੰਡ ਪੱਧਰ ਤੋਂ ਉੱਠ ਕੇ ਦੇਖੋ ਪੰਜਾਬ ਦਾ ਇੱਕ ਨਾਮੀ ਸਿੰਗਰ, ਵਰਲਡ ਫੇਮਸ ਸਿੰਗਰ, ਔਰ ਮੈਨੂੰ ਲੱਗਦਾ ਵੀ ਇਹ ਇੱਕ ਐਸੈਟਸ ਨੇ। ਮੈਂ ਪਰਸਨਲੀ ਸਾਨੂੰ ਕਈ ਵਾਰੀ ਬੈਠਣ ਦਾ ਮੌਕਾ ਮਿਲਿਆ, ਅਸੀਂ ਜਿਹੜੇ ਉਹ ਲੋਕ ਜਿਹੜੇ ਸੋਸ਼ਲ ਮੀਡੀਆ ਦੇ ਉੱਪਰ ਅਬਿਊਜ਼ਿਵ ਲੈਂਗੁਏਜ ਯੂਜ਼ ਕਰਦੇ ਨੇ, ਮੈਂ ਕਹਿੰਦਾ ਕਿ ਸੋਸ਼ਲ ਮੀਡੀਆ ਇੱਕ ਚੰਗਾ ਚੈਨਲ ਹੈ, ਆਪਾਂ ਨੌਲੇਜ ਗੇਨ ਕਰੋ। ਪਰ ਜਿੰਨਾ ਕੋ ਅਸੀਂ ਬਾਈ ਬੱਬੂ ਮਾਨ ਨੂੰ ਮਿਲੇ ਆ, ਉਹਨਾਂ ਨੇ ਮੈਂ ਦੇਖਿਆ ਵੀ ਉਹ ਬੁੱਕਸ ਪੜ੍ਹਦੇ ਨੇ, ਹਿਸਟਰੀ ਪੜ੍ਹਦੇ ਨੇ, ਉਹਨਾਂ ਦੇ ਕੋਲ ਚੰਗੀ ਨੌਲੇਜ, ਚੰਗੀ ਉਹਨਾਂ ਦੀ ਜਿਹੜਾ ਇੱਕ ਮਾਈਂਡ ਹੈ ਉਹ ਚੰਗਾ ਨੌਲੇਜੇਬਲ ਮਾਈਂਡ ਉਹਨਾਂ ਦਾ ਹੈਗਾ। ਸੋ ਮੈਂ ਇਸ ਮਾਧਿਅਮ ਦੇ ਰਾਹੀਂ ਸਾਡੀ ਲੀਗਲ ਟੀਮ ਨੂੰ ਕਲੀਅਰ ਇੰਸਟਰਕਸ਼ਨਸ ਨੇ ਉਹਨਾਂ ਦੀਆਂ ਵੀ ਜੋ ਵੀ ਤੁਸੀਂ ਇਨ ਅਕੋਰਡੈਂਸ ਵਿਦ ਲਾਅ ਉਹਨਾਂ ਦੇ ਖਿਲਾਫ ਇੱਕ ਵਾਰਨਿੰਗ ਹੈ ਕਿ ਜੇ ਤਾਂ ਤੁਸੀਂ ਪੰਜਾਬੀ ਦੇ ਵਿੱਚ ਹੁਣ ਤੱਕ ਜੋ ਹੋ ਗਿਆ ਠੀਕ ਹੈ, ਇਨ ਫਿਊਚਰ ਜੇਕਰ ਇਸ ਚੀਜ਼ ਨੂੰ ਇੰਟੈਂਸ਼ਨਲੀ ਕੰਟੀਨਿਊ ਕਰਦੇ ਨੇ ਤਾਂ ਬੀ ਰੈਡੀ ਫॉर ਫੇਸਿੰਗ ਦੀ ਡਾਇਰ ਕਨਸੀਕੁਐਂਸਿਸ ਇਨ ਅਕੋਰਡੈਂਸ ਵਿਦ ਲਾਅ। ਕਿਹੜੇ ਲਾਅ ਦੇ ਅਧੀਨ ਤੁਸੀਂ ਕਾਰਵਾਈ ਕਰੋਗੇ? ਕੀ ਕੁਝ ਕਾਰਵਾਈ ਹੋ ਸਕਦੀ ਹੈ ਜੀ? ਕਿਵੇਂ ਉਹਨਾਂ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਊਗਾ? ਦੇਖੋ ਇਹਦੇ ਵਿੱਚ ਮੈਂ ਕਲੀਅਰ ਤੁਹਾਨੂੰ ਕਹਿ ਦੇਣਾ ਜੀ, IPC ਦੇ ਵਿੱਚ ਜਿਹੜੇ ਪ੍ਰੋਵੀਜ਼ਨਸ ਪਏ ਨੇ, ਦੇਖੋ 294 ਜਿਹੜੀ ਹੈ ਉਹ ਤੁਸੀਂ ਕੋਈ ਵੀ ਆਪਾਂ ਗੂਗਲ ਤੇ ਸਰਚ ਕਰ ਸਕਦੇ ਹਾਂ। ਆਬਸੀਨ ਐਕਟਸ ਐਂਡ ਸੌਂਗਸ ਉਹਦੇ ਦੇ ਰਿਲੇਟਡ ਹੈ ਜੀ, ਨਾਨ ਅਵੇਲੇਬਲ ਅਫੈਂਸ ਹੈ। 506 ਕ੍ਰਿਮੀਨਲ ਇੰਟੀਮੀਡੇਸ਼ਨ ਹੈ। ਇਹਦੇ ਚ ਸਭ ਤੋਂ ਜਿਹੜਾ ਸਾਈਬਰ ਕ੍ਰਾਈਮ ਹੈ, ਕਿਉਂਕਿ ਮਿਸਯੂਟੀਲਾਈਜੇਸ਼ਨ ਕਾਦੀ ਹੈ ਜੀ, ਇਹ ਹੈਗੀ ਹੈ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੇ ਅੰਡਰ ਸਾਈਬਰ ਕ੍ਰਾਈਮ, ਉਹਦੀ ਸੈਕਸ਼ਨ 67 ਨਾਨ ਅਵੇਲੇਬਲ ਅਫੈਂਸ ਹੈ। ਸੋ ਸਿੱਧੇ ਤੌਰ ਦੇ ਉੱਪਰ ਮੇਡ ਆਊਟ ਹੋ ਰਿਹਾ। ਸੋ ਸਾਡੇ ਵੱਲੋਂ ਇਹ ਹੈਗਾ ਕਿ ਪਹਿਲਾਂ ਜਿਵੇਂ ਬ੍ਰਦਰ ਦੱਸ ਕੇ ਬੈਠੇ ਨੇ ਕਿ ਆਪਾਂ ਮਿਸਯੂਟੀਲਾਈਜ਼ ਨਾ ਕਰੀਏ। ਆਪਾਂ ਕਹਿੰਦੇ ਜੇ ਤਾਂ ਰਾਈਟ ਹੈ, ਬਿਲਕੁਲ 100% ਗਗਨ ਜੀ ਅਸੀਂ ਕਨਵਿੰਸਡ ਹਾਂ। ਅੱਜ ਵੀ ਆਪਾਂ ਇਹ ਵੀਡੀਓ ਪਾ ਰਹੇ ਹਾਂ, ਇਹਦੇ ਤੇ ਵੀ ਲਾਈਕਸ ਡਿਸਲਾਈਕਸ ਹੋਣੇ, ਇੱਕ ਨੈਗੇਟਿਵ ਪੋਜ਼ਿਟਿਵ ਐਸਪੈਕਟ ਤੇ ਅਸੀਂ ਵੀ ਇਹਨੂੰ ਐਡਮਿਟ ਕਰਦੇ ਹਾਂ। ਪਰ ਮੈਂ ਕਹਿੰਦਾ ਵੀ ਕਿਸੇ ਐਕਸਟੈਂਟ ਤੱਕ ਆਪਾਂ ਜਾਈਏ, ਆਪਾਂ ਇਹ ਨਾ ਕਰੀਏ ਵੀ ਆਪਾਂ ਅਬਿਊਜ਼ਿਵ ਲੈਂਗੁਏਜ ਯੂਜ਼ ਕਰੀਏ, ਆਪਾਂ ਮਾਵਾਂ ਭੈਣਾਂ ਤੇ ਆ ਜਾਈਏ। ਸੋ ਆਪਾਂ ਕੀ ਮੈਸੇਜ ਦੇ ਰਹੇ ਹਾਂ? ਉਹਦੇ ਚ ਹੋ ਸਕਦੀਆਂ ਸਾਡੀਆਂ ਭੈਣਾਂ ਵੀ ਉਹ ਮੈਸੇਜ ਪੜ੍ਹਦੀਆਂ ਹੋਣ। ਸੋ ਮੇਰਾ ਸਾਰਿਆਂ ਨੂੰ ਅਸੀਂ ਆਪਣੇ ਵੱਲੋਂ ਅਸੀਂ ਇਹ ਸੁਜੈਸ਼ਨ ਹੈ ਬਾਈ ਵੇ ਆਫ ਇਹਨੂੰ ਤੁਸੀਂ ਕਹੋ ਵੀ ਇੱਕ ਇੰਟੀਮੇਸ਼ਨ, ਮੈਂ ਮਤਲਬ ਵਾਰਨਿੰਗ ਇਜ਼ ਨਾਟ ਅ ਗੁੱਡ ਵਰਡ, ਇੰਟੀਮੇਸ਼ਨ ਇਜ਼ ਦੀ ਗੁੱਡ ਵਰਡ, ਕਿ ਸਾਡੇ ਵੱਲੋਂ ਇੰਟੀਮੇਸ਼ਨ ਹੈ ਵੀ ਐਟ ਲੀਸਟ ਇਨ ਫਿਊਚਰ ਤੁਸੀਂ ਐਟ ਲੀਸਟ ਇਸ ਚੀਜ਼ ਨੂੰ ਸਟਾਪ। ਬਈ ਜਿਵੇਂ ਮੈਂ ਸਵਾਲ ਪਹਿਲਾਂ ਵੀ ਕੀਤਾ ਕਿ ਕੌਣ ਨੇ ਇਹ ਲੋਕ, ਕਿਸ ਦੀ ਸ਼ਹਿ ਦੇ ਉੱਤੇ ਸਭ ਕੁਝ ਹੋ ਰਿਹਾ ਹੈ, ਕਿਵੇਂ ਕਰ ਰਹੇ ਨੇ, ਕੀ ਇਹ ਆਇਡੈਂਟੀਫਾਈ ਹੋ ਗਿਆ? ਬੱਬੂ ਮਾਨ ਉਹਨਾਂ ਨਾਲ ਤੁਹਾਡੀ ਗੱਲਬਾਤ ਹੋਈ ਲੰਬੀ, ਤਾਂ ਕੀ ਉਹਨਾਂ ਨੇ ਦੱਸਿਆ ਕਿ ਇਹ ਬੰਦੇ ਕੌਣ ਨੇ ਔਰ ਕਿਉਂ ਬੱਬੂ ਮਾਨ ਨੂੰ ਹੀ ਟਾਰਗੇਟ ਕਰ ਰਹੇ ਨੇ? ਦੇਖੋ ਸਾਡੀ ਟੀਮ ਵੱਲੋਂ ਅਸੀਂ ਇਹਨਾਂ ਤੇ ਅਸੀਂ ਟ੍ਰੇਸ ਕਰ ਰਹੇ ਹਾਂ, ਰਿਕਾਰਡ ਇਕੱਠੇ ਕਰ ਰਹੇ ਹਾਂ ਸੋਸ਼ਲ ਮੀਡੀਆ ਤੇ। ਕੁਝ ਹੈਗੇ ਨੇ, ਦੇਖੋ ਕੁਝ ਸ਼ਖਸ ਸਾਡੇ ਧਿਆਨ 'ਚ ਹੈਗੇ ਨੇ, ਬਟ ਨਾਓ ਇਟਸ ਦੀ ਮੈਟਰ ਆਫ ਇਨਵੈਸਟੀਗੇਸ਼ਨ। ਠੀਕ ਹੈ। We have to move the complaint to the DGP and concerned officers with regard to that. Please conduct the fair and impartial inquiry. ਸਿੰਗਰ ਵੀ ਹੈ? ਹਾਂਜੀ, ਸਿੰਗਰ ਵੀ ਨੇ, ਕੁਝ ਸਿੰਗਰ ਵੀ ਨੇ, ਕੁਝ ਹੋਰ ਸ਼ਖਸ ਵੀ ਨੇ। ਸੋ ਇਹ ਬੜਾ, ਕਿਉਂਕਿ ਦੇਖੋ ਇਸ ਮੁਕਾਮ ਤੇ ਇਟਸ ਅ ਵੈਰੀ ਕ੍ਰੂਸ਼ੀਅਲ ਮੈਟਰ, ਕਿਉਂਕਿ ਸਿਕਿਉਰਿਟੀ ਉਹਨਾਂ ਦੀ ਆਲਰੇਡੀ ਤੁਹਾਨੂੰ ਵੀ ਪਤਾ ਹੈ ਥ੍ਰੈਟ ਉਹਨਾਂ ਤੇ ਚੱਲ ਰਹੇ ਨੇ। ਸੋ ਇਹ ਹਜੇ ਨਹੀਂ ਮੈਂ ਕਰਾਂਗਾ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੂੰ ਨੋਟਿਸ ਚਲੇ ਜਾਣਗੇ ਜਾਂ ਸਾਡੀ ਜਿਹੜੀ ਪੰਜਾਬ ਪੁਲਿਸ ਹੈ ਜਦੋਂ ਉਹ ਕਾਰਵਾਈ ਲਿਆਏਗੀ, ਉਹ ਤੁਹਾਨੂੰ ਨੈਕਸਟ ਅਸੀਂ ਨਾਲ ਦੀ ਨਾਲ ਦੱਸਦੇ ਜਾਵਾਂਗੇ। ਸੋ ਐਟ ਦਿਸ ਸਟੇਜ ਅਸੀਂ ਹਜੇ ਉਹਨਾਂ ਨੂੰ ਸ਼ਾਰਟ ਲਿਸਟ ਕਰ ਰਹੇ ਹਾਂ ਵੀ ਇਹ ਕਿਹੜੇ ਕਿਹੜੇ ਨੇ। ਦੇਖੋ ਉਹ ਬੜੇ, ਉਹਨਾਂ ਦਾ ਦੇਖੋ ਬੜੇ ਸੌਫਟ ਨੇ, ਉਹਨਾਂ ਦਾ ਹਾਰਟ ਬਹੁਤ ਸੌਫਟ ਹੈ। ਉਹਨਾਂ ਨੇ ਸਾਨੂੰ ਹਜੇ ਵੀ ਗੱਲ ਕੀਤੀ ਹੈ ਕਿ ਇਹ ਜੇਕਰ ਕੋਈ ਕੱਲ ਨੂੰ ਕਾਨੂੰਨੀ ਕਾਰਵਾਈ ਸਾਡੀ ਟੀਮ ਵੱਲੋਂ ਕੀਤੀ ਜਾਂਦੀ ਹੈ ਤਾਂ ਇਹਨਾਂ ਨੂੰ, ਜੇਕਰ ਇਹ ਸੌਰੀ ਫੀਲ ਕਰਦੇ ਨੇ ਤੇ ਇਹਨਾਂ ਤੇ ਆਪਾਂ ਕੋਈ ਅਗਲੇਰੀ ਕਾਰਵਾਈ ਨਹੀਂ ਕਰਨੀ। ਅੱਛਾ। ਸੋ ਦੇਖੋ ਇਹ ਇੱਕ ਹੰਬਲਨੈਸ ਹੈ। ਮੈਂ ਤੁਹਾਡੇ ਚੈਨਲ ਰਾਹੀਂ ਭਾਜੀ ਇੱਕ ਚੀਜ਼ ਬੜੀ ਕਲੀਅਰ ਕਰਾਂਗਾ। ਦੇਖੋ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ, ਉਹ ਭਾਵੇਂ ਡਾਕਟਰਸ ਦਾ ਹੈ, ਲਾਇਰਸ ਦਾ ਹੈ,
ਤੁਹਾਡਾ ਆਪਣੇ ਚੈਨਲਸ ਨੇ, ਤੁਹਾਡਾ ਇੱਕ ਆਪਣਾ ਮਾਧਿਅਮ ਹੈ ਬੜਾ ਵੱਡਾ ਭਾਜੀ। ਉਹਦੇ ਸਾਨੂੰ ਸਾਰਿਆਂ ਨੂੰ ਇਹ ਸਿਖਾਇਆ ਜਾਂਦਾ ਹੈ ਕਿ ਜਿਹੜੇ ਸਾਡੇ ਸੀਨੀਅਰਸ ਨੇ ਉਹਨਾਂ ਦੀ ਅਸੀਂ ਐਟਲੀਸਟ ਰਿਸਪੈਕਟ ਕਰਨੀ। ਸਾਡੇ ਸਮਾਜ ਦੇ ਵਿੱਚ ਸੱਭਿਆਚਾਰ ਜੋ ਸਾਡਾ ਪੰਜਾਬ ਹੈ ਉਹਦੇ ਵਿੱਚ ਸਾਨੂੰ ਇਹ ਸਿਖਾਇਆ ਜਾਂਦਾ, ਕਸਟਮਸ ਨੇ ਕਿ ਆਪਾਂ ਵੱਡਿਆਂ ਦੀ ਰਿਸਪੈਕਟ ਕਰਨੀ। ਸੋ ਮੈਨੂੰ ਇਹ ਲੱਗਦਾ ਹੈ ਕਿ ਦੇਖੋ ਉਹਨਾਂ ਦੀ 25 ਸਾਲ ਕੰਟੀਨਿਊਸਲੀ ਇੱਕ ਜਗ੍ਹਾ ਤੇ ਟਿਕੇ ਰਹਿਣਾ, ਔਰ ਕੱਲ ਨੂੰ ਕੋਈ XYZ ਬੰਦਾ ਨਵਾਂ ਉੱਠ ਕੇ ਉਹਨੂੰ ਡਿਫੇਮ ਕਰੇ। ਨੋ, ਜੇ ਤੁਹਾਨੂੰ ਕਦੀ ਕੋ ਅੱਜ ਤੱਕ ਇੱਕ ਵੀਡੀਓ ਮੈਨੂੰ ਦਿਖਾ ਦਿਓ ਜਿਹਦੇ ਤੇ ਬੱਬੂ ਮਾਨ ਸਾਹਿਬ ਕਦੀ ਦਲਜੀਤ ਬਾਰੇ ਬੋਲੇ ਹੋਣ ਜਾਂ ਉਹਨਾਂ ਦੇ ਬਰਾਬਰ ਦੇ ਜਿਹੜੇ ਕੋਈ ਗੁਰਦਾਸ ਮਾਨ ਸਾਹਿਬ ਨੇ, ਉਹ ਹਮੇਸ਼ਾ ਹਰੇਕ ਬੰਦੇ ਦੀ ਰਿਸਪੈਕਟ ਕਰਦੇ ਨੇ, ਭਾਵੇਂ ਕੋਈ ਛੋਟਾ ਸਿੰਗਰ ਹੈ ਤੇ ਭਾਵੇਂ ਕੋਈ ਵੱਡਾ ਹੈ। ਛੋਟਾ ਨਹੀਂ ਹੁੰਦਾ, ਦੇਖੋ ਸਿੰਗਰ ਹਰੇਕ ਬਰਾਬਰ ਹੈ। ਸੋ ਉਹਨਾਂ ਦੀ ਇਹੀ ਮੈਂ ਜਿੰਨਾ ਅਸੀਂ ਉਹਨਾਂ ਨੂੰ ਦੇਖਿਆ ਭਾਜੀ ਨੇੜੇ, ਸੀਨੀਅਰਿਟੀ ਦਾ ਫਰਕ ਪੈ ਜਾਂਦਾ। ਦੇਖੋ ਸੀਨੀਅਰਿਟੀ ਦੇ ਹਿਸਾਬ ਨਾਲ ਤੁਹਾਡਾ ਯੂ ਹੈਵ ਟੂ ਸ਼ੋ ਦੀ ਸਮ ਰਿਸਪੈਕਟ। ਸਰ ਇੱਕ ਚੀਜ਼ ਹੋਰ ਕਹੂੰਗਾ ਸਰ, ਅਸੀਂ ਸਮ ਟਾਈਮ ਕੀ ਹੁੰਦਾ ਹੈ, ਅਸੀਂ ਕਿਸੇ ਦੀ ਪਰਸਨੈਲਿਟੀ ਨੂੰ ਮਿਲੇ ਨਹੀਂ, ਅਸੀਂ ਬਾਹਰੋਂ ਹੀ ਇੱਕ ਕਰਾ ਲੈਂਦੇ ਹਾਂ ਯਾਰ ਇਹਦਾ ਇੱਕ ਐਟੀਟਿਊਡ ਹੈ, ਇਹ ਇਦਾਂ ਹੈ। ਸਰ ਮੇਰਾ ਇੱਕ ਬੜਾ ਸਪਸ਼ਟ ਹੈ ਕਿ ਡੋਂਟ ਜੱਜ ਦੀ ਜਿਹੜੇ ਬੁੱਕਸ ਨੇ ਬਾਈ ਇਟਸ ਕਵਰਸ। ਤੁਸੀਂ ਕਵਰਸ ਤੋਂ ਕਦੀ ਵੀ ਇਹ ਨਹੀਂ ਦੇਖ ਸਕਦੇ ਕਿ ਉਹਦੇ ਅੰਦਰ ਕੀ ਹੈ। ਸੋ ਇਟਸ ਮਾਈ ਸੁਜੈਸ਼ਨ ਕਿ ਤੁਸੀਂ ਬਿਨਾ, ਔਰ ਉਹਦੇ ਜਿੰਨਾ ਹੰਬਲ ਬੰਦਾ ਮੈਨੂੰ ਲੱਗਦਾ ਕਿ ਸਾਡੀ ਫਿਲਮ ਇੰਡਸਟਰੀ 'ਚ ਨਹੀਂ ਹੈਗਾ। ਸੋ ਸਾਡੇ ਵੱਲੋਂ ਦੇਖੋ ਸਿਰਫ ਤੇ ਸਿਰਫ ਉਹਨਾਂ ਵੱਲੋਂ ਇਹ ਨਹੀਂ ਕਿ ਉਹਨਾਂ ਨੇ ਕੋਈ ਲੀਗਲ ਟੀਮ ਉਹ ਏਡੇ ਵੀਕ ਹੋ ਗਏ, ਨਹੀਂ। ਦੇਖੋ ਜੋ ਲੜਾਈ ਵਕੀਲਾਂ ਨੇ ਜਾਂ ਪੁਲਿਸ ਨੇ ਇਨਵੈਸਟੀਗੇਸ਼ਨ ਕਰਨੀ ਹੈ ਕੱਲ ਨੂੰ ਕੋਰਟਾਂ 'ਚ, ਉਹ ਅਸੀਂ ਕਰਨੀ ਹੈ। ਸੋ ਸਾਡਾ ਫੀਲਡ ਹੈ, ਉਹਨਾਂ ਨੇ ਸਾਨੂੰ ਐਜ਼ ਏ ਕਾਉਂਸਲ ਅਪਾਇੰਟ ਕੀਤਾ। ਬਹੁਤੇ ਤਾਂ ਇਹ ਵੀ ਹੁਣ ਕਹਿ ਰਹੇ ਹੋਣਗੇ ਨਾ, ਔਰ ਕਮੈਂਟ ਵੀ ਆ ਰਹੇ ਨੇ ਕਿ ਉਹੀ ਬੱਬੂ ਮਾਨ ਹੈ ਜਿਹੜਾ ਸਟੇਜਾਂ ਤੋਂ ਬੇਬਾਕ ਹੋ ਕੇ ਬੋਲਦਾ ਸੀ, ਬੜੀ ਬੇਬਾਕੀ ਦੇ ਨਾਲ ਉਹਨਾਂ ਦੇ ਗੱਲਾਂ ਹੁੰਦੀਆਂ ਸੀ ਸ਼ੋਅਜ਼ ਦੇ ਵਿੱਚ। ਕਹਿੰਦੇ ਅੱਜ ਉਹ ਕਾਨੂੰਨ ਦੀ ਸਲਾਹ ਲੈਣ ਲੱਗ ਗਿਆ, ਕਾਨੂੰਨ ਦੀ ਮਦਦ ਲੈਣ ਲੱਗ ਗਿਆ। ਕਹਿੰਦੇ ਹੁਣ ਕਿਉਂ ਬੇਬਾਕੀ ਚਲੀ ਗਈ, ਹੁਣ ਕਿਉਂ ਬੱਬੂ ਮਾਨ ਨੂੰ ਇਹ ਲੋੜ ਪੈ ਗਈ? ਦੇਖੋ ਮੈਨੂੰ ਜਦੋਂ ਤੱਕ ਮੈਂ ਦੇਖਿਆ ਉਹਨਾਂ ਨੂੰ ਸਟੇਜ ਤੇ ਲਾਈਵ ਪਰਫਾਰਮੈਂਸ, ਜਿੰਨਾ ਰੈਕਡ ਸਰ ਉਹਨਾਂ ਦਾ ਸਭ ਤੋਂ ਉੱਪਰ ਰਿਹਾ ਅੱਜ ਤੱਕ ਦਾ। ਭਾਵੇਂ ਉਹ ਕੈਨੇਡਾ ਸ਼ੋਅ ਕੀਤੇ ਨੇ, ਰਿਕਾਰਡ ਤੋੜੇ ਨੇ, ਭਾਵੇਂ ਉਹ ਪੰਜਾਬ 'ਚ, ਔਰ ਉਹ ਇੱਕ ਬੇਬਾਕ ਢੰਗ ਨਾਲ ਗਾਉਂਦੇ ਨੇ। ਉਹਨਾਂ ਦਾ ਇੱਕ ਨੱਚਣ ਦਾ ਆਪਣਾ ਸਟਾਈਲ ਹੈ, ਗੁਰਦਾਸ ਮਾਨ ਸਾਹਿਬ ਦਾ ਆਪਣਾ ਸਟਾਈਲ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਉਹਦੇ ਤੇ ਕੋਈ ਕਿੰਤੂ ਪਰੰਤੂ ਸਾਨੂੰ ਨਹੀਂ ਕਰਨਾ ਚਾਹੀਦਾ। ਸਮ ਟਾਈਮ ਕੀ ਹੁੰਦਾ ਹੈ, ਦੇਖੋ ਸਾਡੇ ਪੰਜਾਬ ਦੇ ਜਿਹੜੇ ਸਾਡੇ ਪਿਆਰੇ ਲੋਕ ਨੇ ਉਹ ਥੱਲੇ ਇੰਜੋਏ ਕਰਦੇ ਨੇ। ਸਮ ਟਾਈਮ ਭਾਜੀ ਕਿਤੇ ਨਾ ਕਿਤੇ ਹੁੱਲੜਬਾਜੀ ਵੀ ਹੁੰਦੀ ਹੈ। ਸੋ ਉਹਨਾਂ ਨੂੰ ਸਮਝਾਉਣਾ ਡਾਂਟ ਕੇ, ਮੈਂ ਦੇਖਿਆ 2-4 ਵਾਰੀ ਉਹਨਾਂ ਨੂੰ ਡਾਂਟ ਕੇ ਸਮਝਾਉਣਾ। ਦੇਖੋ ਕੱਲ ਨੂੰ ਉਹਨਾਂ ਨੇ ਇੱਕ ਡੈਕੋਰਮ ਮੇਨਟੇਨ ਕਰਕੇ ਰੱਖਣਾ ਹੈ, ਲਾਅ ਐਂਡ ਆਰਡਰ ਵੀ ਦੇਖਣਾ ਹੈ। ਸਮ ਟਾਈਮ ਉਹ ਪੁਲਿਸ ਦੀ ਵੀ ਗੱਲ ਨਹੀਂ ਸੁਣਦੇ ਕਿਉਂਕਿ ਕਈ ਦਰਖਤਾਂ ਤੇ ਚੜੇ ਨੇ, ਕੋਈ ਸੱਟ ਮਾਰ ਲਈ। ਸੋ ਉਹਨਾਂ ਨੂੰ ਟੋਕਣਾ, ਜੇ ਉਹ ਕੋਈ ਗਲਤੀ ਹੈ ਤਾਂ ਤੁਸੀਂ ਦੱਸੋ। ਐਜ਼ ਏ ਸਿੰਗਰ ਉਹ ਪਰਫਾਰਮ ਕਰ ਰਹੇ ਨੇ, ਸੋ ਉਹਨਾਂ ਨੂੰ ਵੀ ਇੱਕ ਪੀਸ ਵਾਲਾ ਮਾਹੌਲ ਚਾਹੀਦਾ। ਸੋ ਉਹਨਾਂ ਕੋਲ ਮੇਨਟੇਨ ਕਰਦੇ ਨੇ। ਸੋ ਮੈਨੂੰ ਨਹੀਂ ਲੱਗਦਾ ਵੀ ਕਿਸੇ ਵੀ ਸਿੰਗਰ ਨੂੰ ਜਾਂ ਕਿਸੇ ਵਿਅਕਤੀ ਨੂੰ ਸਪੈਸ਼ਲ ਉਹ ਸਨਪ ਕਰਦੇ। ਬਾਈ ਜਿਵੇਂ ਮੈਂ ਸ਼ੁਰੂ 'ਚ ਜ਼ਿਕਰ ਕੀਤਾ ਕੱਟੜ ਫੈਨਸ ਦਾ, ਬੱਬੂ ਮਾਨ ਦੇ ਕੱਟੜ ਫੈਨਸ ਮੰਨੇ ਜਾਂਦੇ ਨੇ, ਔਰ ਸਿੱਧੂ ਮੂਸੇਵਾਲੇ ਦੇ ਨਾਲ ਵੀ ਉਸੇ ਤਰੀਕੇ ਨਾਲ ਕੱਟੜ ਫੈਨਸ ਜੁੜੇ। ਤਾਂ ਜਦੋਂ ਬੱਬੂ ਮਾਨ ਨਾਲ ਤੁਹਾਡੀ ਗੱਲਬਾਤ ਹੋ ਰਹੀ ਸੀ ਬਾਈ ਉਹਨਾਂ ਨਾਲ, ਤਾਂ ਕੀ ਇਹ ਵੀ ਜ਼ਿਕਰ ਹੋਇਆ ਕਿ ਜਿਹੜੀ ਇਹ ਸਾਰੀ ਚੀਜ਼ਾਂ ਸ਼ੁਰੂ ਹੋਈਆਂ ਨੇ, ਜ਼ਿਆਦਾ ਕੰਟਰੋਵਰਸੀਆਂ ਇਹ ਸਿੱਧੂ ਮੂਸੇਵਾਲਾ ਔਰ ਬੱਬੂ ਮਾਨ ਦੇ ਫੈਨਸ ਦੇ ਵਿਚਕਾਰ ਸ਼ੁਰੂ ਹੋਈਆਂ? ਹਾਲਾਂਕਿ ਬਾਈ ਸਾਡੇ ਵਿੱਚ ਸਿੱਧੂ ਮੂਸੇਵਾਲਾ ਨਹੀਂ ਹੈ ਅੱਜ, ਬੜੀ ਦੁੱਖ ਦੀ ਗੱਲ ਹੈਗੀ ਹੈ। ਤਾਂ ਇਸ ਨੂੰ ਲੈ ਕੇ ਕੋਈ ਉਹਦਾ ਚਿੰਤਾ ਜਤਾਈ ਹੈਗੀ ਹੈ ਕਿ ਆਪਣੇ ਫੈਨਸ ਨੂੰ ਜਾਂ ਲੋਕਾਂ ਨੂੰ ਇਹ ਵੀ ਅਪੀਲ ਕਰਨਗੇ ਕਿ ਜੋ ਚੀਜ਼ਾਂ ਸੀ ਆਪਸ ਦੇ ਵਿੱਚ ਗਰਜਸ ਸੀ ਉਹ ਖਤਮ ਕਰੋ, ਹੁਣ ਅੱਗੇ ਤੋਂ ਆਪਾਂ ਇੱਕ ਦੂਸਰੇ ਦੇ ਖਿਲਾਫ ਹੈ ਜੀ ਕੋਈ ਬਿਆਨਬਾਜ਼ੀ ਨਾ ਕਰੀਏ? ਦੇਖੋ ਮੈਂ ਬੜਾ ਸੈਂਸਿਟਿਵ ਤੁਸੀਂ ਸਵਾਲ ਪੁੱਛਿਆ ਗਗਨ ਜੀ। ਮੈਂ ਇੱਥੇ ਅਸੀਂ ਇਹ ਗੱਲ ਕਹਿਣੀ ਚਾਹੁੰਦਾ, ਠੀਕ ਹੈ ਮੈਂ ਸਾਡੀ ਉਹਨਾਂ ਦੇ ਨਾਲ ਇਸ ਮਾਮਲੇ ਦੇ ਉੱਪਰ ਵੀ ਸਾਰਾ ਡਿਸਕਸ ਹੋਇਆ। ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਵੇਂ ਬੱਬੂ ਮਾਨ ਸਾਹਿਬ ਨੇ, ਦੇਖੋ ਉਹ ਜਿਵੇਂ ਬ੍ਰਦਰ ਪਹਿਲਾਂ ਦੱਸ ਕੇ ਬੈਠੇ ਨੇ, ਸਾਨੂੰ ਸਾਰਿਆਂ ਨੂੰ ਪਤਾ ਹੈ ਪਿਛਲੇ 25 ਸਾਲ ਤੋਂ ਅਸੀਂ ਉਹਨਾਂ ਨੂੰ ਇਸ ਇੰਡਸਟਰੀ 'ਚ ਦੇਖ ਰਹੇ ਹਾਂ। ਔਰ ਉਹਨਾਂ ਨੇ ਉਹ ਕਹਿੰਦੇ ਕਿ ਜਿਹੜਾ ਸਿੱਧੂ ਮੂਸੇਵਾਲਾ ਸੀ ਵੀ ਇਹ ਘੁੰਮਣ ਸਾਹਿਬ ਮੈਨੂੰ ਛੋਟੇ ਭਰਾਵਾਂ ਵਰਗਾ ਸੀ। ਠੀਕ ਹੈ ਜੀ। ਉਹ ਕਹਿੰਦੇ ਵੀ ਕਈ ਵਾਰੀ ਘਰ ਦੇ ਵਿੱਚ ਛੋਟੇ ਬੱਚੇ ਆਪਣੇ ਵੱਡੇ ਭੈਣ ਭਰਾਵਾਂ ਨੂੰ ਬੋਲ ਵੀ ਦਿੰਦੇ ਨੇ, ਪਰ ਵੱਡਾ ਜਿਹੜਾ ਭੈਣ ਭਰਾ ਹੈ ਉਹ ਹਮੇਸ਼ਾ ਉਹਦੀ ਇਹ ਹੁੰਦੀ ਹੈ ਵੀ ਮੇਰਾ ਛੋਟਾ ਭਰਾ ਹੈ, ਮੈਂ ਇਹਨੂੰ ਕੁਝ ਨਹੀਂ ਕਹਿਣਾ ਯਾਰ, ਮੈਨੂੰ ਸਮਝਾ ਦਿੰਦਾ। ਸੋ ਕਹਿੰਦੇ ਵੀ ਮੈਂ ਕਦੀ ਵੀ ਕਿਸੇ ਇੰਟਰਵਿਊ ਦਾ ਮੈਂ ਕਦੀ ਰਿਵਰਟ ਨਹੀਂ ਸੀ ਕੀਤਾ, ਐਂਡ ਦਿਸ ਇਜ਼ ਦੀ ਮੈਟਰ ਆਫ ਰਿਕਾਰਡ। ਦੂਜੀ ਗੱਲ ਮੈਂ ਇੱਥੇ ਕਈ ਵੀ ਗੱਲ ਕਹਿਣੀ ਚਾਹੂੰਗਾ ਕਿ ਬੱਬੂ ਮਾਨ ਬਾਈਰਾਂ ਨੇ ਇਹ ਵੀ ਗੱਲ ਅਸੀਂ ਡਿਸਕਸ ਕਰਦੇ ਸੀ ਕਿ ਦੇਖੋ ਪੰਜਾਬ ਦਾ ਇੱਕ ਬਹੁਤ ਵੱਡਾ ਐਸਟ ਸਿੱਧੂ ਮੂਸੇਵਾਲਾ ਸਾਡੇ ਵਿਚਕਾਰ ਨਹੀਂ। ਸੋ ਮੈਨੂੰ ਲੱਗਦਾ ਵੀ ਇਹ ਸਾਡੇ ਸਾਰੇ ਪੰਜਾਬ ਨੂੰ, ਸਾਡੀ ਕੌਮ ਨੂੰ ਇੱਕ ਨਾਂ ਪੂਰਾ ਹੋਣ ਵਾਲਾ ਘੱਟ ਹੈ। ਔਰ ਇੱਕ ਮੈਂ ਇਹ ਵੀ ਜ਼ਰੂਰ ਕਹਿ ਦਾਂਗਾ, ਬੀਇੰਗ ਏ ਲਾਇਰ ਆਫ ਬਾਈ ਬੱਬੂ ਮਾਨ, ਵੀ ਸਾਡੀ ਜਿਹੜੀ ਸਿੰਪਥੀ ਉਹ ਉਸ ਪਰਿਵਾਰ ਦੇ ਨਾਲ ਹੈ। ਮੈਂ ਤੇ ਬ੍ਰਦਰ, ਤੁਸੀਂ ਯਕੀਨ ਕਰਿਓ ਗਗਨ ਜੀ, ਅਸੀਂ
ਅੰਕਲ ਬਲਕੌਰ ਅੰਕਲ ਰੀ ਜਾਂ ਅਸੀਂ ਘਰੇ ਆਂਟੀ ਰੀ, ਅਸੀਂ ਖੁਦ ਮੈਂ ਤੇ ਬ੍ਰਦਰ ਅਸੀਂ ਘਰੇ ਗਏ, ਅਸੀਂ ਜਾ ਕੇ ਸਾਰਾ ਅਸੀਂ ਅੰਕਲ ਦੇ ਨਾਲ ਅਸੀਂ ਅਫਸੋਸ ਕੀਤਾ, ਅਸੀਂ ਬੈਠੇ ਪਰਿਵਾਰ ਦੇ ਵਿੱਚ ਜਾ ਕੇ। ਸੋ ਮੇਰਾ ਸਮੇਤ ਸਾਡੀ ਸਾਰੀ ਟੀਮ ਦਾ ਅਸੀਂ ਵੀ ਇਹ ਗੱਲ ਕਹਿੰਦੇ ਆ ਕਿ ਯਾਰ ਸਿੱਧੂ ਮੂਸੇਵਾਲੇ ਦੇ ਮਾਮਲੇ ਦੇ ਵਿੱਚ ਜਿਹੜਾ ਇਨਸਾਫ ਹੈ ਉਸ ਪਰਿਵਾਰ ਨੂੰ ਉਹ ਮਿਲਣਾ ਚਾਹੀਦਾ ਕਿਉਂਕਿ ਦੇਖੋ ਬਾਈ ਸਿੱਧੂ ਮੂਸੇਵਾਲਾ ਤਾਂ ਘਰੋਂ ਚਲੇ ਗਏ ਪਰ ਐਟਲੀਸਟ ਹੁਣ ਜਿਹੜੇ ਫਾਦਰ ਹੈ ਬੜੀ ਉਹਨਾਂ ਦੀ ਇੱਕ ਜਸਟੀਫਾਈਡ ਡਿਮਾਂਡ ਹੈ ਵੀ ਮੈਨੂੰ ਇਨਸਾਫ ਮਿਲੇ। ਹਾਂ ਮੈਂ ਇਹ ਵੀ ਗੱਲ ਕਹਿਣੀ ਚਾਹੁੰਦਾ ਕਿ ਜਿਵੇਂ ਇੱਕ ਲਾਅ ਅਬਾਈਡਿੰਗ ਸਿਟੀਜ਼ਨਸ ਨੇ, ਲਾਅ ਅਬਾਈਡਿੰਗ ਸਿਟੀਜ਼ਨ ਗੱਲ ਆਪਾਂ ਬੱਬੂ ਮਾਨ ਬਾਈਰਾਂ ਦੀ ਕਰਦੇ ਹਾਂ ਪਈ, ਤਾਂ ਉਹਨਾਂ ਨੇ ਜੇਕਰ ਮੰਨ ਲਓ ਇਸ ਮਾਮਲੇ 'ਚ ਵੀ ਕੁਝ ਲੋਕ ਕਹਿੰਦੇ ਨੇ ਵੀ ਹੁਣ ਉਹਨਾਂ ਨੂੰ ਵਕੀਲਾਂ ਦਾ ਸਹਾਰਾ ਲੈਣਾ ਪੈ ਗਿਆ ਜਾਂ ਕੁਝ ਕਹਿੰਦੇ ਨੇ ਯਾਰ ਹੁਣ ਇਹ ਹੁਣ ਇਨ ਅਕੋਰਡੈਂਸ ਵਿਦ ਲਾਅ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਆਪਾਂ ਇੰਡੀਅਨ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਜਿਹੜੀ ਆਪਾਂ ਕਾਨੂੰਨਾਂ ਨਾਲ ਲੜਾਈ ਲੜ ਰਹੇ ਆ ਉਹ ਆਪਾਂ ਉਹਦੇ 'ਚ ਕਿਹਦਾ ਸਹਾਰਾ ਲਵਾਂਗੇ? ਜਿਹੜਾ ਇੱਕ ਲਾਅ ਅਬਾਈਡਿੰਗ ਸਿਟੀਜ਼ਨ ਹੈ ਉਹ ਕਿਹਦਾ ਸਹਾਰਾ ਲਊਗਾ? ਉਹ ਕਾਨੂੰਨ ਦੇ ਮੁਤਾਬਕ ਹੀ ਕਾਰਵਾਈ ਕਰ ਸਕਦਾ ਨਾ। ਸੋ ਉਹਦੇ ਮੁਤਾਬਕ ਉਹ ਕਾਰਵਾਈ ਕਰ ਰਹੇ ਨੇ। ਔਰ ਦੂਜੀ ਗੱਲ ਉਸ ਮਾਮਲੇ 'ਚ ਵੀ ਸਾਡਾ ਡਿਸਕਸ ਹੋਇਆ। ਸੋ ਜਦੋਂ ਕਿਸੇ ਇਨਵੈਸਟੀਗੇਸ਼ਨ ਏਜੰਸੀ ਨੇ ਬੁਲਾਇਆ ਇਹ ਵੀ ਮੈਟਰ ਆਫ ਰਿਕਾਰਡ ਹੈ ਵੀ ਮਾਨ ਸਾਹਿਬ ਉੱਥੇ ਬਕਾਇਦਾ ਗਏ ਨੇ, ਉਹਨਾਂ ਨੇ ਜਾ ਕੇ ਕੋਆਪਰੇਟ ਕੀਤਾ। ਸੋ ਇਹਦੇ 'ਚ ਜੇਕਰ ਕਿਸੇ ਦਾ ਕੋਈ ਰੋਲ ਨਹੀਂ ਤਾਂ ਫਿਰ ਇੰਨੀ ਕੁ ਗੱਲ ਜ਼ਰੂਰ ਹੈ ਵੀ ਆਪਾਂ ਕਿਸੇ ਬੰਦਾ ਜਿਹੜਾ ਬੇਕਸੂਰ ਹੈ ਬੇਗੁਨਾਹ ਹੈ ਉਹਨੂੰ ਆਪਾਂ ਜੇਕਰ ਕੋਈ ਇਨਵੈਸਟੀਗੇਸ਼ਨ ਏਜੰਸੀ ਵੀ ਫਾਲਸਲੀ ਇੰਪਲੀਕੇਟ ਕਰਦੀ ਹੈ ਤਾਂ ਇਹ ਵੀ ਇਟਸੈਲਫ ਇੱਕ ਗੁਨਾਹ ਹੈ। ਇਨਵੈਸਟੀਗੇਸ਼ਨ ਏਜੰਸੀਜ਼ ਦਾ ਇਹਨਾਂ ਨੇ ਜ਼ਿਕਰ ਕੀਤਾ ਹੈ ਔਰ ਸਿੱਧੂ ਮੂਸੇਵਾਲੇ ਦਾ ਜ਼ਿਕਰ ਹੋ ਰਿਹਾ ਹੈ, ਤਾਂ ਕੀ ਬੱਬੂ ਮਾਨ ਉਹਨਾਂ ਨੂੰ ਲੱਗਦਾ ਹੈ ਕਿ ਇਹ ਵੀ ਕਾਰਨ ਹੈ ਜਿਹੜੇ ਇਹ ਲੋਕਾਂ ਦੇ ਕਮੈਂਟਸ ਇਹੋ ਜਿਹੇ ਆਉਂਦੇ ਨੇ, ਥ੍ਰੈਟਸ ਇਹੋ ਜਿਹੇ ਆਉਂਦੇ ਨੇ, ਜਾਂ ਜਿਹੜੇ ਹੁਣ ਸਿੰਗਰਸ ਵੀ ਕੁਝ ਇਹੋ ਜਿਹੀਆਂ ਬਿਆਨਬਾਜ਼ੀਆਂ ਕਰ ਰਹੇ ਨੇ ਕਿ ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਜਾਂਚ ਦੇ ਵਿੱਚ ਸ਼ਾਮਲ ਹੋਣਾ ਪੈ ਰਿਹਾ ਹੈ, ਇਨਵੈਸਟੀਗੇਸ਼ਨ ਏਜੰਸੀਜ਼ ਦੇ ਸਾਹਮਣੇ ਜਾਣਾ ਪੈ ਰਿਹਾ ਹੈ, ਕਿ ਬੱਬੂ ਮਾਨ ਉਹਨਾਂ ਨੂੰ ਲੱਗਦਾ ਕਿ ਇਹ ਵੀ ਕਾਰਨ ਹੈ ਕਿ ਲੋਕ ਉਹਨਾਂ ਦੇ ਖਿਲਾਫ ਹੋਏ ਨੇ, ਇੱਕ ਪਰਸੈਪਸ਼ਨ ਇਹ ਬਣੀ ਹੋਈ ਹੈ? ਦੇਖੋ ਮੈਂ ਇੱਥੇ ਆ ਕੇ ਤੁਹਾਨੂੰ ਇੱਕ ਗੱਲ ਦੱਸਾਂਗਾ, ਅਸੀਂ ਸਾਰੇ ਚਿੰਤਤ ਹਾਂ ਪੰਜਾਬ ਦਾ ਲਾਅ ਐਂਡ ਆਰਡਰ ਬਾਰੇ। ਅਸੀਂ ਚਿੰਤਤ ਹਾਂ ਕਿ ਇੱਕ ਯੰਗ ਬੱਚਾ ਪੇਰੈਂਟਸ ਦੇ ਕੋਲੋਂ ਜਾ ਚੁੱਕਿਆ ਔਰ ਜੋ ਹੋਇਆ ਉਹਨਾਂ ਦੇ ਨਾਲ ਪਰਮਾਤਮਾ ਸੱਚੇ ਪਾਤਸ਼ਾਹ ਕਿਸੇ ਨਾਲ ਨਾ ਹੋਵੇ ਜੀ। ਉਹ ਵੀ ਚਿੰਤਤ ਨੇ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਅਸੀਂ ਪਰਮਾਤਮਾ ਅੱਗੇ ਪ੍ਰੇਅਰ ਕਰਦੇ ਹਾਂ ਕਿ ਉਹਨਾਂ ਵੱਲੋਂ ਵੀ ਇਹੀ ਹੈ ਕਿ ਸਾਡੀ ਜਿਹੜੀ ਸਾਡਾ ਪੰਜਾਬ ਹੈ ਉਹਨਾਂ ਦਾ ਇਨਸਾਫ ਪੰਜਾਬ ਨੂੰ ਮਿਲਣਾ ਚਾਹੀਦਾ। ਪੰਜਾਬ ਦਾ ਹਰੇਕ ਬੰਦਾ ਉਹਨਾਂ ਲਈ ਇਨਸਾਫ ਮੰਗਦਾ ਤੇ ਜੇਕਰ ਕੱਲ ਨੂੰ ਸਾਡੀ ਕਿਤੇ ਜਗ੍ਹਾ ਲੋੜ ਪੈਂਦੀ ਹੈ ਤੇ ਅਸੀਂ ਉਹਨਾਂ ਦੇ ਫੈਮਿਲੀ ਦੇ ਨਾਲ ਖੜੇ ਹਾਂ, ਕੋਈ ਉਹਨਾਂ ਤੋਂ ਦੂਰ ਨਹੀਂ। ਹਾਂ ਜਿੱਥੋਂ ਤੱਕ ਗੱਲ ਰਹਿ ਗਈ ਫੈਨਸ ਦੀ, ਦੇਖੋ ਹੁਣ ਉਹਨਾਂ ਦਾ ਆਪਸ ਦੇ ਵਿੱਚ ਕੀ ਹੈ ਜਾਂ ਫੈਨਸ ਕਿਉਂ ਲੜਦੇ ਨੇ, ਦੇਖੋ ਇਸ ਚੀਜ਼ ਬਾਰੇ ਤਾਂ ਲੋਕਾਂ ਨੂੰ ਹੀ ਪਤਾ ਹੈ। ਸੋ ਉਹਨਾਂ ਵੱਲੋਂ ਤਾਂ ਇਹ ਬੜਾ ਇੱਕ ਸੌਫਟ ਹੈ ਕਿ ਯਾਰ ਮੈਂ ਕਦੀ ਵੀ ਕਿਸੇ ਵੱਲੋਂ ਕਦੀ ਮੈਂ ਕੋਈ ਕਮੈਂਟ ਕੀਤਾ ਹੋਵੇ, ਕਦੀ ਮੈਂ ਕੋਈ ਲਾਈਵ ਕੀਤਾ ਹੋਵੇ, ਨੋ। ਉਹਨਾਂ ਦੇ ਸਿਰਫ ਕਨਸੈਂਟਰੇਸ਼ਨ ਇਹ ਹੈ ਕਿ ਪੰਜਾਬ, ਮੈਂ ਪੰਜਾਬੀਅਤ ਨੂੰ ਪਿਆਰ ਕਰਦਾ, ਪੰਜਾਬ 'ਚ ਹੀ ਰਹਿਣਾ। ਦੇਖੋ ਉਹਨਾਂ ਦੇ ਉਹ ਸਾਰਾ ਵਰਲਡ ਘੁੰਮੇ ਨੇ ਬਟ ਉਹਨਾਂ ਦੀ ਇੱਕੋ ਗੱਲ ਹੈ ਕਿ ਜੋ ਪੰਜਾਬ 'ਚ ਰਹਿ ਕੇ ਜੋ ਮੈਨੂੰ ਇੱਥੇ ਠੰਡ ਆਪਣੇ ਪਿੰਡ ਆ ਕੇ ਮਿਲਦੀ ਹੈ, ਜੋ ਮੈਨੂੰ ਇੱਥੇ ਘੁੰਮ ਕੇ ਮਿਲਦੀ ਹੈ, ਉਹ ਕਿਤੇ ਨਹੀਂ ਹੈਗੀ। ਸੋ ਇਹਨਾਂ ਉਹ ਇੱਕ ਤਕਲੀਫ 'ਚ ਜ਼ਰੂਰ ਨੇ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਹੋਰ ਬੁਲੰਦੀਆਂ ਤੇ ਜਾਵੇ। ਚਿੰਤਾ ਤਾਂ ਕੁਝ ਵਿਸ਼ਿਆਂ ਕਰਕੇ ਠੀਕ ਹੈ। ਦੇਖੋ ਬੀਇੰਗ ਜਿਹੜਾ ਬੰਦਾ ਪੰਜਾਬ ਨੂੰ ਭਾਜੀ ਪਿਆਰ ਕਰੇਗਾ ਉਹ ਤਾਂ ਉਹਨੂੰ ਦਿਲ 'ਚ ਪੀੜ ਤਾਂ ਹੋਊਗੀ। ਜੇਕਰ ਕੱਲ ਨੂੰ ਕੋਈ ਇੱਥੇ ਲਾਅ ਐਂਡ ਆਰਡਰ ਖਰਾਬ ਹੁੰਦਾ ਹੈ ਜਾਂ ਸਾਡੀ ਸਟੇਟ ਤਰੱਕੀ ਦੀ ਰਾਹ ਤੇ ਨਹੀਂ ਚੱਲੇਗੀ, ਬੇਰੁਜ਼ਗਾਰੀ ਏ, ਕਿੱਦਾਂ ਅਸੀਂ ਜਿਹੜੇ ਜੱਟ ਜ਼ਿਮੀਂਦਾਰ ਨੇ ਉਹਨਾਂ ਨੂੰ ਅਸੀਂ ਕਿੱਦਾਂ ਬਾਹਰ ਕੱਢਣਾ। ਸੋ ਅਸੀਂ ਵੀ ਕੋਈ ਨਾ ਕੋਈ ਅਸੀਂ ਵਿਚਾਰ ਕਰਕੇ ਮਾਨ ਸਾਹਿਬ ਦੇ ਅੱਗੇ ਸੁਜੈਸ਼ਨ ਰੱਖਣ ਜਾ ਰਹੇ ਹਾਂ ਕਿ ਆਪਾਂ ਕੋਈ ਬੁੱਧੀਜੀਵੀ ਇਕੱਠੇ ਕਰਕੇ ਜਿਨ੍ਹਾਂ ਦੇ ਵਿੱਚ ਲਾਇਰਸ ਆ ਗਏ, ਸਾਡੇ ਕੋਰਸਪੋਂਡੈਂਟ ਸੀਨੀਅਰ ਰਿਪੋਰਟਰਸ ਆ ਗਏ ਤੇ ਉਹਨਾਂ ਦੇ ਵਿੱਚ ਸਿੰਗਰਸ ਵੀ ਨੇ, ਉਹਨਾਂ ਦੇ ਵਿੱਚ ਅਲੱਗ-ਅਲੱਗ ਜਿਹੜੀਆਂ 100-150 ਬੰਦਾ ਇਕੱਠਾ ਕਰਕੇ ਕੋਈ ਨਾ ਕੋਈ ਜਥੇਬੰਦੀ ਬਣਾ ਕੇ ਅਸੀਂ ਪੰਜਾਬ ਨੂੰ ਉਭਾਰੀਏ, ਬਾਹਰ ਕੱਢੀਏ। ਸੋ ਚਿੰਤਤ ਇਸ ਗੱਲ ਦੇ ਵਿੱਚ ਜ਼ਰੂਰ ਹਾਂ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ। ਦੇਖੋ ਜੇ ਕੋਈ ਫੈਨਸ ਭਾਜੀ ਕੋਈ ਕਮੈਂਟ ਕਰਦਾ ਹੈ ਉਹਨਾਂ ਦਾ ਰਾਈਟ ਹੈ, ਕੋਈ ਇਸ਼ੂ ਨਹੀਂ, ਉਹ ਕਮੈਂਟ ਕਰ ਸਕਦੇ ਨੇ। ਸਾਡਾ ਅੱਜ ਦਾ ਸਿਰਫ ਇਸ਼ੂ ਇਹ ਹੈ ਕਿ ਦੇਖੋ ਕੋਈ ਸਪੈਸ਼ਲ ਬੰਦਾ ਧਿਆ ਕੇ ਜੇਕਰ ਕੋਈ ਇੰਟਰਵਿਊ ਕਰਦਾ ਬਿਨਾਂ ਕਿਸੇ ਐਵੀਡੈਂਸ ਤੋਂ ਤਾਂ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ 100%। ਔਰ ਕੀ ਬੱਬੂ ਮਾਨ ਉਹਨਾਂ ਨੇ ਇਹ ਗੱਲ ਕਹੀ ਤੁਹਾਡੇ ਨਾਲ ਸਾਂਝੀ ਕੀਤੀ ਕਿ ਜਿਵੇਂ ਇਸ ਪੂਰੇ ਕੇਸ ਦੇ ਵਿੱਚ ਇਨਵੋਲਵ ਉਹਨਾਂ ਨੂੰ ਕੀਤਾ ਜਾ ਰਿਹਾ ਹੈ ਤਾਂ ਇਸ ਚੀਜ਼ ਨੂੰ ਲੈ ਕੇ ਕੀ ਉਹ ਫੀਲ ਕਰਦੇ ਨੇ ਕਿ ਯਾਰ ਇਹ ਕੀ ਚੀਜ਼ਾਂ ਸੀ ਔਰ ਕਿਵੇਂ ਬਣ ਗਈਆਂ, ਫੈਨਸ ਦੀ ਲੜਾਈ ਸੀ ਜਾਂ ਕਿ ਜੋ ਕੰਟਰੋਵਰਸੀ ਸੀ ਉਹ ਇਸ ਰੂਪ ਤੇ ਆ ਗਈ ਹੈ ਕਿ ਹੁਣ ਇਨਵੈਸਟੀਗੇਸ਼ਨਾਂ ਦੇ ਵਿੱਚ ਜਾ ਕੇ ਵੀ ਉਹਨਾਂ ਨੂੰ ਹਿੱਸਾ ਲੈਣਾ ਪੈ ਰਿਹਾ? ਮੈਂ ਗਗਨ ਜੀ ਇੱਥੇ ਗੱਲ ਕਹਿਣੀ ਚਾਹੂੰਗਾ ਕਿ ਜਿਹੜਾ ਵੀ ਕੋਈ ਇਨੋਸੈਂਟ ਬੰਦਾ ਹੈ, ਮੰਨ ਲਓ ਕਿਸੇ ਬੰਦੇ ਦਾ ਕਿਸੇ ਕੇਸ ਦੇ ਨਾਲ ਕਨੈਕਸ਼ਨ ਨਹੀਂ, ਜੇਕਰ ਉਹਨੂੰ ਇਨਵੈਸਟੀਗੇਸ਼ਨ ਏਜੰਸੀ ਉਹਨਾਂ ਨੂੰ ਬੁਲਾਉਂਦੀ ਹੈ, ਦੇਖੋ ਬੁਲਾਣਾ ਕੋਈ ਗੁਨਾਹ ਨਹੀਂ, ਪਰ ਜਿਹੜਾ ਕਿ ਇਨੋਸੈਂਟ ਬੰਦਾ ਹੈ ਜਿਹਦਾ ਕੋਈ ਕਿਸੇ ਕੇਸ ਨਾਲ ਲੈਣਾ ਦੇਣਾ ਨਹੀਂ, ਇਹ ਮੈਂ ਜਨਰਲ ਗੱਲ ਕਰਦਾ ਪਿਆ,
ਤਾਂ ਜੇਕਰ ਉਹਨੂੰ ਬਾਈ ਵੇ ਆਫ ਕੋਈ ਸਮਨ ਇਸ਼ੂ ਹੁੰਦਾ ਹੈ, ਉਹ ਉੱਥੇ ਉਹਨਾਂ ਨੂੰ ਬੁਲਾਇਆ ਜਾਂਦਾ ਹੈ, ਤਾਂ ਇਟਸੈਲਫ ਦੇਖੋ ਉਹ ਇਸ ਚੀਜ਼ ਦਾ ਤਾਂ ਪ੍ਰੈਸ਼ਰ ਹੈ ਹੀ ਕਿ ਕਿਉਂ ਬੁਲਾਇਆ ਜਾ ਰਿਹਾ ਹੈ। ਠੀਕ ਹੈ, ਹੁਣ ਮੈਂ ਸ਼ੋਰਟ ਜੀ ਗੱਲ ਇਹ ਵੀ ਇੱਥੇ ਮੈਂ ਤੁਹਾਨੂੰ ਗਗਨ ਜੀ ਮੈਂ ਤੁਹਾਡੇ ਚੈਨਲ ਦੇ ਰਾਹੀਂ ਕਹਿਣਾ ਚਾਹੁੰਦਾ ਕਿ ਦੇਖੋ ਜਿਹੜੀ ਇੱਕ ਸਟੇਟ ਦੀ ਇਨਵੈਸਟੀਗੇਸ਼ਨ ਹੈ, ਤਫਤੀਸ਼ ਜਿਹੜੀ ਡੀਜੀਪੀ ਦੇ ਅੰਡਰ ਚੱਲ ਰਹੀ ਹੈ, ਉਹਦੇ 'ਚ ਆਪਾਂ ਨੂੰ ਐਟਲੀਸਟ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ ਵੀ ਕੀ ਉਹਦੇ ਅਗੇਂਸਟ ਕੋਈ ਐਵੀਡੈਂਸ ਜਾਂ ਕੋਈ ਚੀਜ਼ ਖੜਦੀ ਹੈ, ਫਿਰ ਤਾਂ ਤੁਸੀਂ ਉਹਨਾਂ ਨੂੰ ਬੁਲਾ ਸਕਦੇ ਹੋ। ਪਰ ਜੇ ਵਿਦਆਊਟ ਉਹਦੇ ਆਪਾਂ ਬੁਲਾਉਂਦੇ ਆ ਤਾਂ ਫਿਰ ਮੈਨੂੰ ਲੱਗਦਾ ਹੈ ਵੀ ਇਨ ਅਕੋਰਡੈਂਸ ਵਿਦ ਲਾਅ ਐਪਰੀਸ਼ੀਏਟੇਬਲ ਨਹੀਂ ਹੈ। ਸੋ ਹਾਂ, ਚਿੰਤਤ ਮਾਨ ਸਾਹਿਬ ਇਸ ਗੱਲ ਲਈ ਜ਼ਰੂਰ ਨੇ ਜਿਹੜੀ ਸਾਡੀ ਡਿਸਕਸ਼ਨ ਹੋਈ ਕਿ ਹਾਂ ਜਿਹੜੇ ਉਹ ਗੁਨਾਹਗਾਰ ਨੇ ਉਹਨਾਂ ਨੂੰ ਸਖਤ ਤੋਂ ਸਖਤ ਜਿਹੜੀ ਸਜ਼ਾ ਹੈ ਉਹ ਮਿਲਣੀ ਚਾਹੀਦੀ ਹੈ। ਤੇ ਸਾਡੀ ਵੀ ਜਿਹੜੀ 100% ਸਿੰਪਥੀ ਹੈ ਉਹ ਸਿੱਧੂ ਮੂਸੇਵਾਲਾ ਸਾਹਿਬ ਦੇ ਪਰਿਵਾਰ ਨਾਲ ਜਾਂ ਉਹਨਾਂ ਦੇ ਨਾਲ ਹੈ। ਹਾਂ, ਇੱਕ ਚੀਜ਼ ਮੈਂ ਗਗਨ ਜੀ ਮੈਂ ਜ਼ਰੂਰ ਮੈਂ ਤੁਹਾਡੀ ਗੱਲ ਦੇ ਵਿੱਚ ਕਹਿਣਾ ਚਾਹੂੰਗਾ ਕਿ ਜਿਵੇਂ ਕੋਈ ਵੀਡੀਓ ਪੈਂਦੀ ਹੈ, ਮੈਨੂੰ ਲੱਗਦਾ ਵੀ ਇੱਕ ਜ਼ਿੰਮੇਵਾਰ ਜਿਹੜਾ ਬਿਹੇਵੀਅਰ ਅਡਾਪਟ ਕਰਨਾ ਚਾਹੀਦਾ ਹੈ। ਉਹਦੇ ਥੱਲੇ ਕਮੈਂਟਸ ਆ ਰਹੇ ਨੇ, ਦੇਖੋ ਇਹ ਮਾਮਲਾ ਤਾਂ ਬੱਬੂ ਮਾਨ ਸਾਹਿਬ ਦਾ, ਉਹਨਾਂ ਨੂੰ ਅਬਿਊਜ਼ਿਵ ਲੈਂਗੁਏਜ, ਉਹਨਾਂ ਦੀ ਇਮੇਜ ਟਾਰਨਿਸ਼ ਹੋ ਰਹੀ ਹੈ। ਥੱਲੇ ਕਈ ਕਮੈਂਟਸ ਜਿਹੜੇ ਨੇ ਉਹ ਆਉਂਦੇ ਨੇ ਵੀ ਜੀ ਸਿੱਧੂ ਮੂਸੇਵਾਲਾ ਜਿੰਦਾਬਾਦ, ਬੱਬੂ ਮਾਨ ਜਿੰਦਾਬਾਦ। ਮੈਨੂੰ ਲੱਗਦਾ ਵੀ ਭਾਜੀ ਆਪਾਂ ਨੂੰ ਇਹਨਾਂ ਚੀਜ਼ਾਂ ਤੋਂ ਨਿਕਲ ਜਾਣਾ ਚਾਹੀਦਾ ਹੈ। ਮੈਨੂੰ ਲੱਗਦਾ ਵੀ ਸ਼ਾਇਦ ਤੁਸੀਂ ਗੱਲ ਬਹੁਤ ਸੋਹਣੀ ਕੀਤੀ ਹੈ ਵੀ ਜਿਹੜਾ ਫੈਨਸ ਨੇ ਕੰਮ ਸ਼ੁਰੂ ਕੀਤਾ ਉਹੀ ਚੀਜ਼ਾਂ ਹੌਲੀ ਹੌਲੀ ਐਗਜ਼ੈਜਰੇਟ ਹੋ ਕੇ ਉਹ ਕਿਸੇ ਹੋਰ ਪਾਸੇ ਉਹਦੀ ਜਿਹੜੀ ਸ਼ੇਪ ਹੈ ਉਹ ਕੋਈ ਹੋਰ ਹੀ ਉਹਦੀ ਸ਼ਕਲ ਸੂਰਤ ਨਿਕਲ ਕੇ ਸਾਹਮਣੇ। ਬਿਲਕੁਲ, ਕਿਉਂਕਿ ਆਪਣੀ ਇਹ ਵੀ ਇੰਟਰਵਿਊ ਚੱਲ ਰਹੀ ਹੈ, ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਨੀਚੇ ਇਹੀ ਚੀਜ਼ਾਂ ਹੋਣਗੀਆਂ, ਕਮੈਂਟ ਇਹੀ ਹੋਣਗੇ ਨੀਚੇ, ਸਿੱਧੂ ਮੂਸੇਵਾਲਾ ਜਿੰਦਾਬਾਦ ਜਾਂ ਬੱਬੂ ਮਾਨ ਜਿੰਦਾਬਾਦ। ਉਹਦੇ ਵਿੱਚ ਆਪਸ ਤਕਰੀਰਾਂ ਹੋਣਗੀਆਂ ਔਰ ਗੱਲਾਂ ਇੱਥੋਂ ਤੱਕ ਵੱਧ ਜਾਂਦੀਆਂ ਕਿ ਆਪਸ ਦੇ ਵਿੱਚ ਫੈਨਸ ਜਿਹੜੇ ਨੇ ਉਹ ਲੜਨਾ ਸ਼ੁਰੂ ਕਰ ਦਿੰਦੇ ਨੇ। ਪਿੱਛੇ ਆਪਾਂ ਪਾਸਟ ਐਕਸਪੀਰੀਐਂਸਿਸ ਦੀ ਗੱਲ ਕਰ ਲਈਏ, ਹਿਸਟਰੀ ਦੀ ਗੱਲ ਕਰ ਲਈਏ, ਅਜਿਹਾ ਹੋਇਆ ਵੀ ਹੈ। ਧਮਕੀਆਂ ਦਿੱਤੀਆਂ ਉਹਨਾਂ ਨੇ ਇੱਕ ਦੂਜੇ ਦੇ ਫੈਨਸ ਨੂੰ, ਉਹਦੇ ਘਰੇ ਚਲੇ ਗਏ, ਉੱਥੇ ਜਾ ਕੇ ਉਸ ਤੋਂ ਮਾਫੀ ਮੰਗਵਾ ਰਹੇ ਨੇ। ਪਰ ਇੱਕ ਸੂਝਵਾਨ ਸਿੰਗਰ ਹੋਣ ਦੇ ਨਾਤੇ ਔਰ ਇੱਕ ਇੰਡਸਟਰੀ ਦੇ ਸੀਨੀਅਰ ਹੋਣ ਦੇ ਨਾਤੇ ਕੀ ਤੁਸੀਂ ਇਹ ਵੀ ਸਲਾਹ ਬੱਬੂ ਮਾਨ ਨੂੰ ਦਵੋਗੇ ਕਿ ਬਾਈ ਤੁਸੀਂ, ਹਾਲਾਂਕਿ ਪੋਸਟ ਉਹਨਾਂ ਨੇ ਇੱਕ ਪਾਈ ਸੀ, ਸਨੀਮਰ ਬੇਨਤੀ ਉਹਨਾਂ ਨੇ ਕੀਤੀ ਸੀ ਕਿ ਨਾਮ ਜੋੜਿਆ ਜਾਵੇ, ਇੱਕ ਇਹ ਵੀ ਸਲਾਹ ਹੋਊਗੀ ਕਿ ਇੱਕ ਲਾਈਵ ਹੋ, ਇੱਕ ਤੁਸੀਂ ਵੀਡੀਓ ਪੋਸਟ ਕਰੋ ਕਿ ਜੋ ਹੋ ਗਿਆ ਸੋ ਹੋ ਗਿਆ, ਉਹਨੂੰ ਖਤਮ ਕਰੀਏ। ਅੱਗੇ ਤੋਂ ਆਪਣੇ ਫੈਨਸ ਨੂੰ ਉਹ ਇੱਕ ਰਿਕੁਐਸਟ ਜ਼ਰੂਰ ਕਰ ਲੈਣ ਕਿ ਜੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਇਹੋ ਜਿਹੇ ਆਪਸ ਦੇ ਵਿੱਚ ਤਕਰੀਰਾਂ ਦੇ ਵਿੱਚ ਨਾ ਪਾਓ। ਦੇਖੋ, ਮੈਂ ਬ੍ਰਦਰ ਪਹਿਲਾਂ ਕਹਿ ਕੇ ਬੈਠੇ ਨੇ ਭਾਜੀ, ਸੋਸ਼ਲ ਮੀਡੀਆ ਤੇ WhatsApp ਤੇ ਕੀ ਹੋ ਰਿਹਾ, ਇੰਸਟਾ ਤੇ ਕੀ ਹੋ ਰਿਹਾ, ਉਹ ਇਹਨਾਂ ਚੀਜ਼ਾਂ ਤੋਂ ਬਹੁਤ ਦੂਰ ਨੇ। ਉਹਨਾਂ ਨੇ ਆਪਣੇ ਆਪ ਨੂੰ ਬਚਾਇਆ ਹੋਇਆ ਹੈ। ਉਹਨਾਂ ਦੇ ਕੋਲ ਜਦੋਂ ਵਿਹਲਾ ਟਾਈਮ ਮਿਲਦਾ ਨਾ ਉਹ ਬੁੱਕਸ ਪੜ੍ਹਦੇ ਨੇ। ਆ ਹੁਣ ਸਾਡੀ ਇੰਟਰਵਿਊ 'ਚ ਕੀ ਹੋਣਾ, ਉਹਨਾਂ ਨੇ ਇਹ ਵੀ ਮੈਨੂੰ ਨਹੀਂ ਲੱਗਦਾ ਉਹਨਾਂ ਕੋਲ ਉਹ ਕੱਢਣਗੇ, ਕਿਉਂਕਿ ਉਹ ਕਹਿੰਦੇ ਯਾਰ ਮੈਂ ਖੁਦ ਇਸ ਚੀਜ਼ 'ਚ ਦੇਖਿਆ ਕਿ ਅੱਜ ਕੱਲ ਸਾਡੇ ਜਿੰਨੇ ਫਰੈਂਡਸ ਨੇ, ਜੇ 10 ਬੰਦੇ ਬੈਠੇ ਨੇ ਭਾਜੀ, 8 ਬੰਦਿਆਂ ਦੇ ਹੱਥ 'ਚ ਫੋਨ ਚੱਲਦਾ। ਸੋ ਉਹ ਜਿੱਦਾਂ ਇੱਕ ਬੰਦਾ ਪੁਰਾਣੇ ਖਿਆਲਾਤ ਨੂੰ ਫੋਲੋ ਕਰਦਾ ਨਾ, ਉਸ ਚੀਜ਼ ਨੂੰ ਫੋਲੋ ਕਰਦੇ ਨੇ ਵੀ ਨਾ ਤਾਂ ਉਹਨਾਂ ਨੇ ਕਦੀ ਅੱਜ ਤੱਕ ਆਪਣੇ ਫੈਨਸ ਨੂੰ ਇਹ ਕਿਹਾ ਕਿ ਯਾਰ ਤੁਸੀਂ ਕਿਸੇ ਨੂੰ ਗਾਲਾਂ ਕੱਢੋ, ਨਾ ਉਹ ਕਦੀ ਇੱਕ ਸ਼ਬਦ ਕਿਸੇ ਪਰ ਰੋਕ ਤਾਂ ਸਕਦੇ ਨੇ ਉਹ। ਮੈਂ ਤੁਹਾਨੂੰ ਦੱਸਦਾ, ਦੇਖੋ ਲੀਗਲੀ ਕੀ ਕਰਨਾ ਹੈ, ਆਥੋਰਾਈਜ਼ ਅਸੀਂ ਆ, ਸਾਡੀ ਟੀਮ ਨੂੰ ਆਥੋਰਾਈਜ਼ ਕਰ ਦਿੱਤਾ ਗਿਆ। ਸੋ ਅਸੀਂ ਤੁਹਾਡੇ ਚੈਨਲ ਰਾਹੀਂ, ਮਾਧਿਅਮ ਰਾਹੀਂ ਮੈਂ ਇਹ ਗੱਲ ਕਹੂੰਗਾ ਕਿ ਦੇਖੋ ਇੱਕ ਸੀਨੀਅਰ ਜਿਹੜਾ ਸਾਡਾ ਜਿਹੜੇ ਸਿੰਗਰ ਹੈ ਪੰਜਾਬ ਦਾ, ਉਹ ਭਾਵੇਂ ਸਿੱਧੂ ਮੂਸੇਵਾਲਾ ਹੈ, ਆਪਣਾ ਇਹ ਹੈਗੇ ਨੇ ਮਾਨ ਸਾਹਿਬ ਨੇ, ਕੋਈ ਵੀ XYZ ਗੁਰਦਾਸ ਮਾਨ ਸਾਹਿਬ ਨੇ, ਤੁਸੀਂ, ਮੈਨੂੰ ਇਹ ਲੱਗਦਾ ਕਿ ਉਹਨਾਂ ਨੇ ਸਾਡਾ ਪੰਜਾਬ ਨੂੰ ਬਹੁਤ ਦੇਣ ਹੈ ਸਾਰੇ। ਆਪਾਂ ਐਟਲੀਸਟ ਜੇ ਉਹਨਾਂ ਦੀ ਰਿਸਪੈਕਟ ਨਹੀਂ ਨਾ ਕਰ ਸਕਦੇ ਤੇ ਉਹਨਾਂ ਦੀ ਡਿਸਰਿਸਪੈਕਟ ਨਹੀਂ ਕਰੋ। ਬਿਲਕੁਲ, ਘੱਟੋ ਘੱਟ ਆਪਾਂ ਮਾੜਾ ਤਾਂ ਨਾ ਬੋਲੀਏ। ਤੁਸੀਂ ਐਟਲੀਸਟ ਕਿਸੇ ਦੀ ਫੈਮਿਲੀ ਨੂੰ, ਜੇ ਤੁਸੀਂ ਕਿਸੇ ਨੂੰ ਗਾਲ ਕੱਢਦੇ ਹੋ ਤਾਂ ਕਿਸੇ ਦੀ ਫੈਮਿਲੀ ਨੂੰ ਜਾਂਦੀ ਹੈ, ਹਨਾ। ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਆਪ ਜਿਹੜੀ ਬ੍ਰਦਰ ਗੱਲ ਕਰਕੇ ਬੈਠੇ ਨੇ, ਜ਼ਿੰਮੇਵਾਰ ਨਾਲ ਰਵੱਈਆ, ਉਹ ਸਾਨੂੰ ਵੀ ਹੈਵ ਟੂ ਫੋਲੋ। ਆ ਪਿੱਛੇ ਜੇ ਮੈਂ ਪੜ੍ਹ ਰਿਹਾ ਸੀ, CM ਸਾਹਿਬ ਦੀ ਬੇਟੀ ਬਾਰੇ ਕੋਈ ਬੰਦਾ ਗਲਤ ਲਿਖ ਰਹੇ ਨੇ, ਉਹਨਾਂ ਦੀ ਫੈਮਿਲੀ ਵੀ, ਉਹਨਾਂ ਦੇ ਬੱਚੇ ਉੱਥੇ। ਦੇਖੋ ਪੰਜਾਬ ਦੇ ਵਿੱਚ ਸਾਨੂੰ ਘਰਾਂ 'ਚ ਕੀ ਸਿਖਾਇਆ ਜਾਂਦਾ ਸੀ ਕਿ ਪਿੰਡਾਂ ਦੇ ਵਿੱਚ ਧੀਆਂ ਭੈਣਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਆਪਣੀਆਂ ਸਾਂਝੀਆਂ ਭੈਣਾਂ ਨੇ। ਸਾਡਾ ਪੰਜਾਬ ਦਾ ਇੱਕ ਮਾਹੌਲ ਇਹੋ ਜਿਹਾ ਵੀ ਯਾਰ ਅਸੀਂ ਸਾਡੇ ਏਰੀਆ ਦੇ ਵਿੱਚ ਜੇਕਰ ਕਿਸੇ ਧੀ ਭੈਣ ਵੱਲ ਕੋਈ ਬੰਦਾ ਗਲਤ ਗੱਲ ਕਰਦਾ ਤਾਂ ਅਸੀਂ ਉੱਥੇ ਉਹਨੂੰ ਟੋਕੀਏ। ਸੋ ਮੈਨੂੰ ਇਹ ਲੱਗਦਾ ਕਿ ਸਾਨੂੰ ਆ ਜਾ ਕੇ ਭਾਜੀ ਕਿਸੇ ਦੇ ਸਮਝਾਉਣ ਨਾਲ ਮੈਨੂੰ ਨਹੀਂ ਲੱਗਦਾ ਕੋਈ ਬੰਦਾ ਰਹਿੰਦਾ। ਸਾਨੂੰ ਕਿਤੇ ਨਾ ਕਿਤੇ ਜਿਹੜਾ ਸਾਡੇ 'ਚ ਨਿਗਾਰ ਆਇਆ ਹੋਇਆ ਇਸ ਟਾਈਮ ਵੀ ਉਹਨੂੰ ਗਾਲਾਂ ਕੱਢ ਦਿਓ, ਇੱਕ ਬੰਦਾ ਲਾਈਵ ਹੋ ਗਿਆ ਉਹਨੂੰ ਆਹ ਕਰ ਦਿਓ, ਨਹੀਂ, ਨਾ ਇਦਾਂ ਕਰੀਏ। ਆਪਾਂ ਇੱਕ ਜ਼ਿੰਮੇਵਾਰ ਨਾਲ ਰਵੱਈਆ, ਜੇ ਉਹ ਜਿਹੜਾ ਵੀ ਸਿੰਗਰ ਉੱਠ ਰਿਹਾ, ਦੇਖੋ ਟੈਕਸ ਦੇ ਰਿਹਾ ਸਾਨੂੰ ਮੈਕਸਿਮਮ ਟੈਕਸ ਜਿਹੜਾ ਹੈ ਸਟੇਟ ਨੂੰ ਭਾਜੀ, ਜਿਹੜੇ ਬਾਹਰਲੇ ਕੰਟਰੀਆਂ 'ਚ, ਮੈਨੂੰ ਇੱਥੋਂ ਬਾਰੇ ਨਹੀਂ ਮੈਂ ਕਹੂੰਗਾ, ਬਾਹਰਲੇ ਕੰਟਰੀਆਂ 'ਚ ਕੀ ਹੈ ਕਿ ਜਿਹੜੇ ਸਿੰਗਰਸ ਨੇ ਉਹਨਾਂ ਨੂੰ ਸਾਂਭ ਕੇ ਰੱਖਦੇ ਨੇ। ਮੈਂ ਤਾਂ ਇੱਥੇ ਵੀ ਕਹੂੰਗਾ ਕਿ ਸਿੱਧੂ ਮੂਸੇਵਾਲੇ ਦੇ ਨਾਲ ਜਿਹੜੀ ਸਾਡੀ ਸਿਕਿਉਰਿਟੀ ਸੀ
ਉਹ ਸਿਕਿਉਰਿਟੀ ਦੀ ਜਿਹੜੀ ਖਬਰ ਬਾਹਰ ਨਸਰ ਹੋਈ ਹੈ ਉਹ ਗਲਤ ਹੋਇਆ। ਸਿੱਧੂ ਮੂਸੇਵਾਲੇ ਨਾਲ ਜੇ 2 ਗਨਮੈਨ ਸੀ ਉਹ ਗਲਤ ਸੀ, ਉਹਦੇ ਨਾਲ 15 ਗਨਮੈਨ ਚਾਹੀਦੇ ਸੀ। ਜਿਹੜਾ ਬੰਦਾ ਕਰੋੜਾਂ ਰੁਪਏ ਤੁਹਾਨੂੰ ਟੈਕਸ ਦੇ ਰਿਹਾ ਤੁਹਾਡੇ ਸਟੇਟ ਦਾ ਇੱਕ ਐਸੈਟ ਸੀ, ਤੁਸੀਂ ਕਿਉਂ ਉਹਦੀ ਸਿਕਿਉਰਿਟੀ ਵਿਡਰਾਅ ਕੀਤੀ ਜੇ ਉਹਦੇ ਤੇ ਥ੍ਰੈਟ ਸੀਗੇ? ਸੋ ਅਲਟੀਮੇਟਲੀ ਇਹ ਹੈ ਕਿ ਇਹ ਸਾਡੇ ਐਸੈਟਸ ਨੇ, ਸਾਡੀ ਸਟੇਟ ਦੇ ਇੱਕ ਵੱਡੇ ਸਾਧਨ ਨੇ ਇਨਕਮ ਦੇ, ਔਰ ਸਾਡੇ ਲਈ ਮਾਣ ਵੀ ਨੇ ਇਹ ਸਾਰੇ। ਮੈਂ ਇੱਕ ਬੰਦੇ ਦੀ ਗੱਲ ਨਹੀਂ ਕਰਦਾ, ਮੈਂ ਸਾਰਿਆਂ ਦੀ ਗੱਲ ਕਰਦਾ। ਬਾਈ ਜਿਵੇਂ ਦੱਸ ਰਹੇ ਆ ਬਾਈ ਕਿ ਕੁਝ ਸ਼ਰਾਰਤੀ ਅਨਸਰ ਵੀ ਨੇ, ਕੁਝ ਸਿੰਗਰ ਵੀ ਨੇ, ਤਾਂ ਡਾਟਾ ਕਿਵੇਂ ਕਲੈਕਟ ਕਰ ਰਹੇ ਹੋ ਤੁਸੀਂ? ਡਾਟਾ ਕਿਸ ਤਰੀਕੇ ਦੇ ਨਾਲ ਕਲੈਕਟ ਕੀਤਾ ਜਾ ਰਿਹਾ ਔਰ ਕੀ ਆਇਡੈਂਟੀਫਿਕੇਸ਼ਨ ਹੁਣ ਤੱਕ ਤੁਹਾਡੀ ਹੋਈ ਹੈ? ਦੇਖੋ ਆਲਰੇਡੀ ਜਿਵੇਂ ਕਿ ਤੁਹਾਨੂੰ ਘੁੰਮਣ ਬ੍ਰਦਰਸ ਨੇ ਬਹੁਤ ਵਧੀਆ ਤਰੀਕੇ ਨਾਲ ਡਿਟੇਲ ਚ ਦੱਸ ਹੀ ਚੁੱਕੇ ਨੇ। ਕੱਲ ਅਸੀਂ ਮਾਨ ਸਾਹਿਬ ਨਾਲ ਬੈਠੇ ਸੀ, ਇਸ ਚੀਜ਼ ਤੇ ਅਸੀਂ ਡਿਸਕਸ ਕੀਤਾ। ਇਹ 4-5 ਬੰਦੇ ਨੂੰ ਤੁਸੀਂ ਕੱਲ ਹੀ ਲੀਗਲ ਨੋਟਿਸ ਕੱਢ ਚੁੱਕੇ ਆ। ਜਿਹੜੇ ਬੰਦੇ ਨੇ ਮੋਸਟਲੀ ਕੁਝ ਲੁਧਿਆਣੇ ਦੇ ਨੇ, ਕੁਝ ਕਿਤੇ ਦੇ ਨੇ, ਇਹਨਾਂ ਦੇ ਖਿਲਾਫ ਜੋ ਲੀਗਲ ਐਕਸ਼ਨ ਬਣੇਗਾ ਅਕੋਰਡੈਂਸ ਵਿਦ ਲਾਅ ਲਿੱਤਾ ਜਾਏਗਾ। ਸੋ ਦੇ ਗੈਟ ਰੈਡੀ ਫॉर ਗੋਇੰਗ ਬਿਹਾਈਂਡ ਦੀ ਬਾਰਸ। ਤਾਂ ਲੀਗਲ ਨੋਟਿਸ ਤੁਹਾਡੇ ਵੱਲੋਂ ਆਲਰੇਡੀ ਕੱਢਿਆ ਜਾ ਚੁੱਕਿਆ? ਕੱਲ ਹੀ ਕੱਢ ਚੁੱਕੇ ਆ ਜੀ, 4-5 ਜਣਾਂ ਤੇ ਕੱਲ ਹੀ ਕੱਢ ਚੁੱਕੇ ਆ। ਬਾਕੀ ਅਸੀਂ ਲਿਸਟ ਬਣਾ ਰਹੇ ਹਾਂ, ਜੋ ਬੰਦੇ ਸਾਹਮਣੇ ਆਣਗੇ, ਜੋ ਅਕੋਰਡੈਂਸ ਵਿਦ ਲਾਅ ਹੋਏਗਾ, ਉਹਨਾਂ ਦੇ ਖਿਲਾਫ ਲੀਗਲ ਐਕਸ਼ਨ ਲਿੱਤਾ ਜਾਏਗਾ। ਤਾਂ ਲਿਸਟ ਲੰਬੀ ਚੌੜੀ ਹੈ, ਇਹ ਬੰਦੇ ਇਸ ਚ ਵਾਵਾ ਨਹੀਂ ਵੇਖ ਰਹੇ ਆ ਜੀ ਅਜੇ। ਲੈਟਸ ਸੀ ਕਿੰਨੇ ਕੁ ਜਾਣੇ ਹੋ ਰਹੇ ਨੇ, ਪ੍ਰੋਪਰ ਲਿਸਟ ਬਣ ਰਹੀ ਹੈ ਜੀ। ਅਸੀਂ ਵਰਕਆਊਟ ਕਰ ਰਹੇ ਹਾਂ ਇਸ ਚੀਜ਼ ਦੇ ਵਿੱਚ। ਬਾਕੀ ਘੁੰਮਣ ਬ੍ਰਦਰਸ ਨੇ ਆਲਰੇਡੀ ਜਿਹੜੇ 4 ਤੁਸੀਂ ਦੱਸਿਆ ਕਿ ਜਿਨ੍ਹਾਂ ਨੂੰ ਤੁਸੀਂ ਲੀਗਲ ਨੋਟਿਸ ਭੇਜਿਆ ਹੈ, ਇਹਨਾਂ ਦੇ ਵਿੱਚ ਕੋਈ ਸਿੰਗਰ ਵੀ ਹੈ? ਹਾਂਜੀ ਹੈ, ਇੱਕ ਹੈ, ਬਿਲਕੁਲ ਹੈ, ਲੁਧਿਆਣੇ ਦਾ ਹੈ ਕੋਈ, ਉਹਨੂੰ ਕਰ ਚੁੱਕੇ। ਬਿਲਕੁਲ ਬਾਈ, ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਗੱਲਬਾਤ ਦੇ ਲਈ। ਤਾਂ ਘੁੰਮਣ ਬ੍ਰਦਰਸ ਦੇ ਤੌਰ ਦੇ ਉੱਤੇ ਇਹੀ ਗੱਲ ਕਰ ਰਹੇ ਨੇ, ਅਪੀਲ ਵੀ ਕਰ ਰਹੇ ਨੇ। ਹਾਲਾਂਕਿ ਕਹਿੰਦੇ ਕਿ ਇਸ ਨੂੰ ਕੋਈ ਵਾਰਨਿੰਗ ਸਮਝੇ ਜਾਂ ਇਸ ਨੂੰ ਕੋਈ ਇੰਟੀਮੀਡੇਸ਼ਨ ਸਮਝੇ, ਇਹ ਉਹਨਾਂ ਦਾ ਆਪਣਾ ਆਪਣਾ ਤਰਜ਼ ਹੈ। ਪਰ ਇੱਕ ਅਪੀਲ ਜ਼ਰੂਰ ਹੈ ਕਿ ਆਪਸ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਵੇਖਦੇ ਹਾਂ ਕਿ ਇੱਕ ਦੂਸਰੇ ਨੂੰ ਇਸ ਤਰੀਕੇ ਦੇ ਨਾਲ ਭੰਡਣਾ ਸ਼ੁਰੂ ਕਰ ਦਿੰਦੇ ਨੇ, ਪਰਿਵਾਰਾਂ ਤੱਕ ਗੱਲਾਂ ਪਹੁੰਚ ਜਾਂਦੀਆਂ ਨੇ, ਇਸ ਤੋਂ ਸਾਨੂੰ ਉੱਪਰ ਉੱਠਣਾ ਚਾਹੀਦਾ ਹੈ। ਆਪਾਂ ਹੈਗੇ ਤਾਂ ਸਾਰੇ ਪੰਜਾਬ ਦੇ ਆ, ਆਪਾਂ ਪੰਜਾਬ 'ਚ ਹੀ ਰਹਿਣਾ, ਤਾਂ ਫਿਰ ਕਿਉਂ ਅਜਿਹੀਆਂ ਦੁਸ਼ਮਣੀਆਂ ਇੱਕ ਦੂਸਰੇ ਦੇ ਨਾਲ ਅਸੀਂ ਪਾਲਦੇ ਪਏ ਆ, ਜਿਹੜੀਆਂ ਕਿ ਅੱਗੇ ਜਾ ਕੇ ਨੁਕਸਾਨ ਪਹੁੰਚਾਉਂਦੀਆਂ ਹੋਏ ਨਜ਼ਰ ਆਉਂਦੀਆਂ ਨੇ? ਤਾਂ ਹੁਣ ਸੋਚ ਤੁਹਾਡੀ ਹੈ, ਫੈਸਲਾ ਤੁਹਾਡਾ ਹੈ, ਤੁਸੀਂ ਕੀ ਸੋਚਣਾ ਹੈ, ਕੀ ਫੈਸਲਾ ਲੈਣਾ ਹੈ, ਇਹ ਤੁਹਾਡੇ ਉੱਤੇ ਨਿਰਭਰ ਕਰਦਾ ਹੈ। ਲੋੜ ਹੈ ਸਾਨੂੰ ਆਪ ਸਾਰਿਆਂ ਨੂੰ ਸਮਝਣ ਦੀ, ਸੋਚਣ ਦੀ, ਔਰ ਫਿਰ ਉਸ ਦੇ ਉੱਤੇ ਕੰਮ ਕਰਨ ਦੀ। ਕੈਮਰਾ ਪਰਸਨ ਦਵਿੰਦਰ ਦੇ ਨਾਲ ਗਗਨਦੀਪ ਸਿੰਘ, ਪ੍ਰੋ ਪੰਜਾਬ ਟੀਵੀ।